ਇਹ ਹਕੂਮਤ ਦਾ ਆਪਾਂ ਇਹ ਨਾ ਕਹੀਏ ਕਿ ਮੋਦੀ ਇਹ ਹਕੂਮਤ ਕਰ ਰਿਹਾ ਜਾਂ ਬੀਜੇਪੀ ਕਰ ਰਹੀ ਹੈ। ਇਹਦੇ ਪਿੱਛੇ ਇੱਕ ਉਹ ਜਮਾਤ ਹੈਗੀ ਆ ਜਿਹਦਾ ਰਿਮੋਟ ਕੰਟਰੋਲ ਹੈਗਾ ਉਹ ਨਾਗਪੁਰ ਤੋਂ ਤੈਅ ਹੁੰਦਾ ਹੈਗਾ, ਜਿਹਨੂੰ ਅਸੀਂ RSS ਕਹਿ ਸਕਦੇ ਹੈਗੇ ਆ। ਇੱਕ ਜੰਮੂ ਕਸ਼ਮੀਰ ਵਰਗੇ ਸੂਬੇ ਨੂੰ ਖਤਮ ਕਰ ਦੇਣ ਦੀ ਗੱਲ ਸੀਗੀ। ਉਸ ਤੋਂ ਬਾਅਦ ਸ਼ਹੀਨ ਬਾਗ ਦਾ ਜਿਹੜਾ ਮੋਰਚਾ ਹੈਗਾ ਉਹਨੂੰ ਕਰੋਨਾ ਦੇ ਬਹਾਨੇ ਢਾਹ ਲਾਉਣ ਦੀ ਗੱਲ ਸੀ, ਜਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਉੱਤੇ ਤਸ਼ੱਦਦ ਕਰਨ ਦੀ ਗੱਲ ਸੀਗੀ। ਇਹ ਸਾਰਾ ਕੁਝ ਹੁੰਦਾ ਆਇਆ ਹੈਗਾ। ਮੈਨੂੰ ਤਾਂ ਇਹੋ ਹੀ ਮਹਿਸੂਸ ਕਰ ਰਿਹਾ ਮੈਂ ਤਾਂ ਆਪਣੇ ਅਨੁਭਵ ਦੇ ਅਨੁਸਾਰ ਕਿ ਇਸ ਤੋਂ ਵੱਧ ਸੰਵੇਦਨਹੀਣ ਸਰਕਾਰ ਕੋਈ ਹੋ ਨਹੀਂ ਸਕਦੀ। ਮੈਂ ਇੱਥੇ ਇੱਕ ਭਰਪਣ ਦੇਖਿਆ, ਇੱਕ ਭਾਈਚਾਰਾ ਦੇਖਿਆ, ਇੱਕ ਇਹ ਕਹਿ ਲਓ ਵੀ ਲੋਕ ਇੱਕ ਦੂਜੇ ਦੇ ਮਦਦਗਾਰ ਨੇ। ਮੈਂ ਤਾਂ ਇਹ ਵੀ ਮਹਿਸੂਸ ਕਰਦਾ ਕਿ ਆਹ ਜਿਹੜਾ ਸਤਿਯੁਗ ਅਸੀਂ ਇੱਥੇ ਬਾਰਡਰਾਂ 'ਤੇ ਦੇਖਦੇ ਹਾਂ, ਇਹ ਸਾਡੇ ਪਿੰਡਾਂ ਦੇ ਵਿੱਚ ਜਾਣਾ ਚਾਹੀਦਾ ਹੈਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਮੈਂ ਹਾਂ ਰਮਨ ਧੂਰ। ਮੇਰੇ ਨਾਲ ਇਸ ਵੇਲੇ ਸਵਰਨ ਸਿੰਘ ਭੰਗੂ ਮੌਜੂਦ ਨੇ। ਤੁਸੀਂ ਸਭ ਉਹਨਾਂ ਦੇ ਨਾਮ ਤੋਂ ਜਾਣੂ ਹੋ। ਬਹੁਤ ਲੰਬਾ ਸਮਾਂ ਜਿਹੜਾ ਅਜੀਤ ਅਖਬਾਰ ਦੇ ਵਿੱਚ, ਉਸ ਤੋਂ ਬਾਅਦ ਸਪੋਕਸਮੈਨ ਦੇ ਵਿੱਚ ਆਪਣੀ ਜਿਹੜੀ ਆ ਪੱਤਰਕਾਰਤਾ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਨੇ, ਤੇ ਇੱਕ ਬਹੁਤ ਜਿਹੜੇ ਆ ਕਹਿ ਸਕਦੇ ਆ ਪੁਖਤਾ ਜਿਹੜੇ ਆ ਕਾਲਮ ਨਵੀਸ ਵੀ ਨੇ। ਉਹਨਾਂ ਦੀ ਰਾਏ ਜਿਹੜੀ ਆ ਕਰੰਟ ਇਸ਼ੂਜ਼ ਦੇ ਉੱਤੇ ਹਮੇਸ਼ਾ ਨਿਤੜਕ ਹੋ ਕੇ ਆਉਂਦੀ ਰਹਿੰਦੀ ਆ, ਤੇ ਉਸਦੀ ਕਹਿ ਸਕਦੇ ਆ ਕਦਰ ਵੀ ਕੀਤੀ ਜਾਂਦੀ ਹੈ, ਕਿਉਂਕਿ ਉਹਨਾਂ ਦਾ ਤਜਰਬਾ ਹੀ ਇੰਨਾ ਕਾ ਕਿ ਇਸ ਮੋਰਚੇ ਨੂੰ ਵੀ ਅਸੀਂ ਉਹਨਾਂ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਸੋਚਦੇ ਨੇ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਔਨ ਏਅਰ ਦੇ ਸਾਰੇ ਜਿਹੜੇ ਸਰੋਤੇ ਹੈ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੁਸੀਂ ਪਹਿਲੇ ਦਿਨ ਤੋਂ ਨਿਗਾਹ ਰੱਖ ਰਹੇ ਹੋ, ਇੱਕ ਪੱਤਰਕਾਰ ਹੋਣ ਦੇ ਨਾਤੇ ਵੀ, ਜੇ ਸੀਨੀਅਰ ਪੱਤਰਕਾਰ ਹੋਣ ਦੇ ਨਾਤੇ ਵੀ ਜੇ ਸੋਚੀਏ, ਤੇ ਤੁਹਾਡੀ ਇੱਕ ਹੋਰ ਤਰੀਕੇ ਦੀ ਸਮਝ ਸਕਦੇ ਹਾਂ ਕਿ ਨਜ਼ਰ ਹੁੰਦੀ ਆ। ਹੁਣ ਤੱਕ ਦੇ ਕਿਸਾਨ ਮੋਰਚੇ ਦੇ ਜੇ ਦੇਖੀਏ, ਤੁਹਾਡੇ ਨਜ਼ਰੀਏ 'ਚ ਕਿਵੇਂ ਦਾ ਹੈਗਾ ਇਹ ਕਿਸਾਨ ਮੋਰਚਾ? ਜਿੱਥੇ ਤੱਕ ਮੇਰੀ ਆਪਣੀ ਸਮਝ ਹੈ ਜਾਂ ਮੇਰਾ ਆਪਣਾ ਅਨੁਭਵ ਹੈ, ਉਹਦੇ 'ਚ ਮੈਂ ਇਹੋ ਹੀ ਮਹਿਸੂਸ ਕਰਦਾ ਕਿ ਇਹ ਜਿਹੜਾ ਕਿਸਾਨ ਮੋਰਚਾ ਇੱਥੇ ਤੱਕ ਪਹੁੰਚਿਆ ਹੈਗਾ, ਇਹਦੇ ਵਿੱਚ ਕਿਸੇ ਕਿਸਮ ਦੀ ਛਾਲ ਤਾਂ ਨਹੀਂ ਹੈਗੀ। ਇਹ ਕਦਮ ਕਦਮ ਅੱਗੇ ਵੱਧਦਾ ਗਿਆ ਹੈਗਾ। ਟੋਲ ਪਲਾਜ਼ਿਆਂ ਤੋਂ ਲੈ ਕੇ, ਜਾਂ ਇਹ ਕਹਿ ਲਓ ਵੀ ਰੇਲਵੇ ਲਾਈਨਾਂ ਦੇ ਉੱਤੇ ਧਰਨਿਆਂ ਤੋਂ ਲੈ ਕੇ, ਜਿੱਥੇ ਮੈਂ ਇਹ ਵੀ ਮਹਿਸੂਸ ਕਰਦਾ ਕਿ ਸਾਡੇ ਪੰਜਾਬ ਦੇ ਲੋਕਾਂ ਦੀ ਸਕੂਲਿੰਗ ਹੋਈ ਹੈਗੀ ਹੈ, ਉਹ ਤੋਂ ਵੱਧਦਾ ਇਹ ਦਿੱਲੀ ਦੇ ਬਾਰਡਰਾਂ ਦੇ ਉੱਤੇ ਆਇਆ। ਸੋ ਇਹਦੇ 'ਚ ਕੋਈ ਛਾਲ ਨਹੀਂ ਹੈ, ਕਦਮ ਕਦਮ ਇਹ ਅੱਗੇ ਵਧਿਆ ਹੈਗਾ। ਅਤੇ ਮੈਨੂੰ ਇਹ ਲੱਗਦਾ ਵੀ ਜਿੰਨਾ ਇਹ ਕਦਮ ਕਦਮ ਅੱਗੇ ਵਧਿਆ ਹੈਗਾ, ਇਹਦੀ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਹੈਗੀ ਹੈ ਕਿ ਭਾਵੇਂ ਇਹ ਕਹਿ ਲਓ ਵੀ ਇੱਕ ਨਾਬਰੀ ਦਾ ਜਿਹੜਾ ਸਿਹਰਾ ਹੈਗਾ ਉਹ ਪੰਜਾਬ ਨੂੰ ਜਾਂਦਾ ਹੈਗਾ ਇਹ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ। ਕਿਉਂਕਿ 2014 ਤੋਂ ਜਦੋਂ ਤੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ, ਇਹਨਾਂ ਨੇ ਇੱਕ ਤੋਂ ਬਾਅਦ ਇੱਕ ਮਨਮਾਨੀ ਕੀਤੀ ਹੈਗੀ ਹੈ। ਭਾਵੇਂ ਉਹ ਰਾਤੋਂ ਰਾਤ ਨੋਟਬੰਦੀ ਨੂੰ ਲੈ ਕੇ ਸੀ, ਭਾਵੇਂ CAA ਕਾਨੂੰਨ ਬਣਾਉਣ ਨੂੰ ਲੈ ਕੇ ਸੀ, ਇੱਥੋਂ ਤੱਕ ਕਿ ਹੋਰ ਮਨਮਾਨੀਆਂ ਤੋਂ ਵੀ ਇਲਾਵਾ ਇੱਕ ਜੰਮੂ ਕਸ਼ਮੀਰ ਵਰਗੇ ਸੂਬੇ ਨੂੰ ਖਤਮ ਕਰ ਦੇਣ ਦੀ ਗੱਲ ਸੀਗੀ। ਉਸ ਤੋਂ ਬਾਅਦ ਸ਼ਹੀਨ ਬਾਗ ਦਾ ਜਿਹੜਾ ਮੋਰਚਾ ਹੈਗਾ ਉਹਨੂੰ ਕਰੋਨਾ ਦੇ ਬਹਾਨੇ ਢਾਹ ਲਾਉਣ ਦੀ ਗੱਲ ਸੀ, ਜਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਉੱਤੇ ਤਸ਼ੱਦਦ ਕਰਨ ਦੀ ਗੱਲ ਸੀਗੀ। ਇਹ ਸਾਰਾ ਕੁਝ ਹੁੰਦਾ ਆਇਆ ਹੈਗਾ। ਪਰ ਇਸ ਸਭ ਦੇ ਬਾਵਜੂਦ ਪ੍ਰਧਾਨ ਮੰਤਰੀ ਸਾਹਿਬ ਖੁਦ ਨੂੰ ਸੰਵੇਦਨਸ਼ੀਲ ਜਿਹੜਾ ਪੇਸ਼ ਕਰ ਰਹੇ ਹੈਗੇ ਆ। ਇੱਕ ਪਾਸੇ ਉਹਨਾਂ ਦਾ ਸੰਸਦ ਦੇ ਵਿੱਚ ਰੋਣਾ, ਤੇ ਦੂਜੇ ਪਾਸੇ ਪੱਤਰਕਾਰਾਂ ਦੇ ਉੱਤੇ ਲਗਾਤਾਰ ਹਮਲੇ ਜਾਂ ਸ਼ਾਂਤ ਬੈਠੇ ਲੋਕਾਂ ਦੇ ਉੱਤੇ ਹਮਲੇ। ਇਹਨਾਂ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਨੂੰ ਤਾਂ ਇਹੋ ਹੀ ਮਹਿਸੂਸ ਕਰ ਰਿਹਾ ਮੈਂ ਤਾਂ ਆਪਣੇ ਅਨੁਭਵ ਦੇ ਅਨੁਸਾਰ ਕਿ ਇਸ ਤੋਂ ਵੱਧ ਸੰਵੇਦਨਹੀਣ ਸਰਕਾਰ ਕੋਈ ਹੋ ਨਹੀਂ ਸਕਦੀ। ਕਿਉਂਕਿ ਕਿਸਾਨੀ ਸੰਘਰਸ਼ ਦੇ ਵਿੱਚ ਸੈਂਕੜੇ ਮੌਤਾਂ ਦਾ ਹੋ ਜਾਣਾ, ਇੱਥੇ 90 ਦੀ ਉਮਰ ਦੇ ਬਜ਼ੁਰਗਾਂ ਦਾ ਬੈਠਣਾ, ਛੋਟੇ ਬਾਲਾਂ ਦਾ ਬੈਠਣਾ, ਔਰਤਾਂ ਦਾ ਬੈਠਣਾ, ਇਹ ਸਾਰਾ ਕੁਛ ਇਹ ਹੈਗਾ ਕਿ ਅਕਸਰ ਅਸੀਂ ਇੱਕ ਸ਼ਾਂਤਮਈ ਅੰਦੋਲਨ ਕਰ ਰਹੇ ਹੈਗੇ ਆ। ਸ਼ਾਂਤਮਈ ਅੰਦੋਲਨ, ਹਰ ਅੰਦੋਲਨ ਉਦੋਂ ਹੀ ਕੀਤਾ ਜਾਂਦਾ ਹੈਗਾ, ਇੱਕ ਰੋਸ ਪ੍ਰਗਟ ਉਦੋਂ ਹੀ ਕੀਤਾ ਜਾਂਦਾ ਜਦੋਂ ਸਾਡੇ ਕੁਛ ਗਿਲੇ ਸ਼ਿਕਵੇ ਹੋਣ, ਜਦੋਂ ਅਸੀਂ ਕੁਛ ਚਾਹੁੰਦੇ ਹੋਈਏ ਹਕੂਮਤ ਤੋਂ। ਇਹ ਬਿਲਕੁਲ ਉਵੇਂ ਹੀ ਹੈ ਜਿਵੇਂ ਅਸੀਂ ਘਰ ਦੇ ਮੁਖੀ ਤੋਂ ਕਿਸੇ ਬੱਚੇ ਨੇ ਕੁਛ ਮੰਗਣਾ ਹੋਵੇ। ਅਤੇ ਇਹ ਇੱਕ ਵੱਡਾ ਘਰ ਹੈਗਾ ਹਿੰਦੁਸਤਾਨ। ਇਹਦੇ ਵਿੱਚ ਵੱਖ-ਵੱਖ ਕਿਸਮ ਦਾ ਜਿਹੜੇ ਲੋਕਾਂ ਦੇ ਰੋਸ ਹੁੰਦੇ ਨੇ, ਤਾਂ ਉਹਨਾਂ ਰੋਸਾਂ ਨੂੰ ਪ੍ਰਗਟਾਉਣ ਦਾ ਢੰਗ ਇਹੋ ਹੀ ਹੁੰਦਾ ਹੈਗਾ। ਅਤੇ ਹੁਣ ਜਦੋਂ ਖੇਤੀ ਕਾਨੂੰਨ, ਜਿਹੜੇ ਮਾੜੇ ਖੇਤੀ ਕਾਨੂੰਨ ਆਏ ਨੇ, ਜਿਹਦੇ ਨਾਲ ਸਾਡੇ
ਉਹ ਖਾਸ ਕਰਕੇ ਕਿਸਾਨਾਂ ਦੀ, ਉਹ ਲੋਕ ਜਿਹੜੇ ਜਜ਼ਬਾਤੀ ਤੌਰ ਤੇ ਜ਼ਮੀਨ ਦੇ ਨਾਲ ਜੁੜੇ ਹੋਏ ਆ, ਜਦੋਂ ਇਹ ਖਦਸ਼ਾ ਖੜਾ ਹੋ ਗਿਆ ਕਿ ਇਹ ਖੇਤੀ ਕਾਨੂੰਨ ਲਾਗੂ ਹੋਣ ਦੇ ਨਾਲ ਸਾਡੀ ਜਿਹੜੀ ਜ਼ਮੀਨ ਹੈਗੀ ਆ ਜਿਹਦੇ ਨਾਲ ਅਸੀਂ ਇਹਨਾਂ ਜਜ਼ਬਾਤੀ ਤੌਰ ਤੇ ਜੁੜੇ ਹੋਏ ਹਾਂ, ਉਹ ਕਾਰਪੋਰੇਟਾਂ ਦੇ ਥੱਲੇ ਚਲੇ ਜਾਏਗੀ, ਤਾਂ ਕੁਦਰਤੀ ਹੈਗਾ ਇਹ ਇੱਕ ਜਜ਼ਬਾਤੀ ਉਭਾਰ ਹੈਗਾ ਸਾਰੇ ਪੰਜਾਬ ਦਾ, ਸਾਰੇ ਲੋਕਾਂ ਦਾ। ਜਿਹੜੀ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀਗਾ ਕਿ ਜਿਸ ਤਰ੍ਹਾਂ ਦਾ ਇੱਕ ਇਹ ਹਕੂਮਤ ਦਾ, ਆਪਾਂ ਇਹ ਨਾ ਕਹੀਏ ਕਿ ਮੋਦੀ ਇਹ ਹਕੂਮਤ ਕਰ ਰਿਹਾ ਜਾਂ ਬੀਜੇਪੀ ਕਰ ਰਹੀ ਹੈ, ਇਹਦੇ ਪਿੱਛੇ ਇੱਕ ਉਹ ਜਮਾਤ ਹੈਗੀ ਆ ਜਿਹਦਾ ਜਿਹੜਾ ਰਿਮੋਟ ਕੰਟਰੋਲ ਹੈਗਾ ਉਹ ਨਾਗਪੁਰ ਤੋਂ ਤੈਅ ਹੁੰਦਾ ਹੈਗਾ, ਜਿਹਨੂੰ ਅਸੀਂ RSS ਕਹਿ ਸਕਦੇ ਹੈਗੇ ਹਾਂ। ਸੋ ਮੰਦਭਾਗਾ ਤਾਂ ਇਹ ਹੈਗਾ ਕਿ ਇਹੋ ਜੀ ਸਰਕਾਰ ਦਾ ਸੱਤਾ ਦੇ ਵਿੱਚ ਆ ਜਾਣਾ ਹੀ ਮੰਦਭਾਗਾ ਹੈਗਾ। ਤੇ ਜਿਸ ਤਰ੍ਹਾਂ ਦਾ ਇਹ ਸਾਰਾ ਕੁਝ ਇਹਨਾਂ ਨੇ ਕੀਤਾ ਹੈਗਾ, ਜਿਵੇਂ ਕਰਦੇ ਕਰਾਉਂਦੇ ਜਾ ਰਹੇ ਸੀ ਤੇ ਚੁੱਪ ਕੀਤਿਆਂ ਸਾਡੇ ਲੋਕ ਹਜ਼ਮ ਕਰਦੇ ਜਾ ਰਹੇ ਸੀ, ਜ਼ੁਲਮ ਹੁੰਦਾ ਸੀ, ਸਹਿੰਦੇ ਆ ਰਹੇ ਸੀ, ਹਾਰਦੇ ਆ ਰਹੇ ਸੀ। ਸੋ ਇਹ ਪੰਜਾਬ ਨੇ ਵੱਡੀ ਪੱਧਰ ਤੇ ਇੱਕ ਨਾਬਰੀ ਦਾ ਜਿਹੜਾ ਸਿਹਰਾ ਹੈਗਾ ਉਹ ਪੰਜਾਬ ਨੂੰ ਜਾਂਦਾ ਹੈਗਾ, ਤੇ ਇਹਦੇ ਨਾਲ ਬਾਅਦ ਚ ਹੋਰ ਸੂਬੇ ਜਿਹੜੇ ਜੁੜਦੇ ਚਲੇ ਗਏ ਨੇ ਤੇ ਸੰਘਰਸ਼ ਅੱਜ ਇਸ ਪੜਾਅ ਦੇ ਉੱਤੇ ਪਹੁੰਚ ਚੁੱਕਿਆ ਹੈਗਾ। ਮੈਂ ਇਹਨੂੰ ਇਸ ਰੂਪ ਦੇ ਵਿੱਚ ਦੇਖਦਾ ਹੈਗਾ। ਉਸ ਵੇਲੇ ਜਦੋਂ ਪੰਜਾਬ ਜਾਂ ਭਾਰਤ ਦੀ ਆਰਥਿਕਤਾ ਦੇ ਨੂੰ ਕਿਤੇ ਨਾ ਕਿਤੇ ਪੈਰਾਂ ਸਰ ਕਰਨ ਦੇ ਵਿੱਚ ਵਿਦੇਸ਼ਾਂ ਦਾ ਵੱਡਾ ਹੱਥ ਆ, ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਜਾਂਦੇ ਆ, ਉੱਥੇ ਜਾ ਕੇ ਕੰਮ ਕਰਦੇ ਆ, ਤੇ ਇਸ ਵੇਲੇ ਵੀ ਜੇ ਦੇਖਿਆ ਜਾਵੇ ਬਹੁਤ ਵੱਡੇ ਪੱਧਰ ਤੇ ਜੇ ਤਰੱਕੀ ਦੇ ਵਿੱਚ ਕਹੀਏ ਤੇ ਉਹਨਾਂ ਦਾ ਵੱਡਾ ਹੱਥ ਹੈ। ਰਿਹਾਨਾ ਦਾ ਟਵੀਟ ਕਰਨਾ, ਗ੍ਰੇਟਾ ਥਨਬਰਗ ਦਾ ਟਵੀਟ ਕਰਨਾ ਤੇ ਇੱਕਦਮ ਬੀਜੇਪੀ ਦਾ ਚਲਾਉਣਾ ਜਾਂ ਬਾਲੀਵੁੱਡ ਦੇ ਵੱਡੇ ਜਿਹੜੇ ਅਦਾਕਾਰਾਂ ਦਾ ਵੱਡੀ ਪੱਧਰ ਤੇ ਚਲਾਉਣਾ ਕਿ ਇਹ ਸਾਡੇ ਘਰ ਦਾ ਮਾਮਲਾ ਹੈ, ਲੋਕਾਂ ਨੂੰ ਵਿੱਚ ਨਹੀਂ ਬੋਲਣਾ ਚਾਹੀਦਾ, ਉਹ ਵੀ ਉਸ ਵੇਲੇ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਅਮਰੀਕਾ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੇ ਘਰ ਦੇ ਵਿੱਚ ਅਪੀਲਾਂ ਕਰ ਕਰਕੇ ਆਉਂਦੇ ਆ ਵੀ ਮੇਰੇ ਫਲਾਣੇ ਦੋਸਤ ਨੂੰ ਜੀ ਵੋਟਾਂ ਪਾਉਣੀਆਂ ਤੁਸੀਂ। ਕੀ ਵਾਕਈ ਜਿਹੜਾ ਕਿਸਾਨ ਮੋਰਚਾ ਹੈਗਾ ਦਿੱਲੀ ਦਾ, ਪੰਜਾਬ ਤੇ ਭਾਰਤ ਦਾ ਘਰ ਦਾ ਮਸਲਾ? ਅਸਲ ਦੇ ਵਿੱਚ ਇਸ ਸ਼ਾਂਤਮਈ ਅੰਦੋਲਨ ਦੀ ਜਿਹੜਾ ਕਿ ਪਿਛਲੇ ਲੰਮੇ ਅਰਸੇ ਤੋਂ ਚੱਲ ਰਿਹਾ, ਇਹਦੀ ਇਹੋ ਹੀ ਖੂਬਸੂਰਤੀ ਹੈਗੀ ਹੈ ਕਿ ਇਹਨੇ ਦੁਨੀਆ ਭਰ ਦੇ ਵਿੱਚ ਜਿਹੜੀ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਤੁਰੀ ਹੈ, ਦੁਨੀਆ ਭਰ ਦੇ ਜਿਹੜੇ ਲੋਕ, ਖਾਸ ਕਰਕੇ ਜਿਹੜੇ ਸਾਡੇ ਵੀ ਬੱਚੇ ਜਾਂ ਵੱਡੇ ਜਿਹੜੇ ਚਿਰ ਤੋਂ ਵਿਦੇਸ਼ਾਂ ਦੇ ਵਿੱਚ ਗਏ ਆ, ਉਹਨਾਂ ਦੀ ਹਰ ਕਿਸਮ ਦੀ ਜਿਹੜੀ ਹਮਦਰਦੀ ਹੈਗੀ ਹੈ ਉਹ ਇਹਦੇ ਨਾਲ ਜੁੜੀ ਹੈ। ਇਸ ਤੋਂ ਵੀ ਇਲਾਵਾ ਜਿਹੜੇ ਵੱਖ-ਵੱਖ ਕਿਸਮ ਦੀਆਂ ਸਰਕਾਰਾਂ ਹੈਗੀਆਂ ਜਾਂ ਸੈਲੀਬ੍ਰਿਟੀ ਕਿਸਮ ਦੇ ਜਿਹੜੇ ਲੋਕ ਹੈਗੇ ਆ ਰਿਹਾਨਾ ਵਰਗੇ, ਉਹਨਾਂ ਦੀ ਹਮਦਰਦੀ ਵੀ ਇਸ ਸੰਘਰਸ਼ ਦੇ ਨਾਲ ਜੁੜੀ ਹੈ ਤੇ ਉਹਨਾਂ ਨੇ ਟਵੀਟ ਕੀਤਾ। ਉਸ ਟਵੀਟ ਨੇ ਹਲਚਲ ਮਚਾਈ ਹੈਗੀ ਹੈ। ਕਾਰਨ ਹੈ ਕਿ ਇਹਨਾਂ ਤੋਂ ਇਹ ਹਾਜ਼ਮਾ ਇਹਨਾਂ ਸਾਡੇ ਹੁਕਮਰਾਨਾਂ ਦਾ ਬਹੁਤ ਘੱਟ ਹੈਗਾ ਤੇ ਇਹ ਦੂਸਰੇ ਦੇ ਉਹਦੇ ਵਿੱਚ ਤਾਂ ਦਖਲ ਦੇ ਸਕਦੇ ਜਦੋਂ ਇਹਨਾਂ ਨੂੰ ਇਹ ਲੱਗਦਾ ਹੈਗਾ ਕਿ ਕੋਈ ਸਾਡੇ ਲਈ ਕੋਈ ਰਸਤਾ ਪਾਥ ਦਿਖਾਉਣ ਦੀ ਗੱਲ ਕਰ ਰਿਹਾ ਹੈ ਤਾਂ ਉਹ ਗਲਤ ਕਰ ਰਿਹਾ ਹੈਗਾ। ਤੇ ਜੇ ਉਹ ਗਲਤ ਕਰ ਰਿਹਾ ਤੇ ਤੁਸੀਂ ਟਰੰਪ ਦੀ ਹਮਾਇਤ ਦੇ ਵਿੱਚ ਉੱਥੇ ਕੀ ਕਰਨ ਗਏ ਸੀਗੇ? ਤੁਸੀਂ ਹੋਰ ਬਹੁਤ ਕੁਛ ਕਰਦੇ ਹੋ, ਕਿਉਂ ਕਰਦੇ ਹੋ? ਇਸ ਕਰਕੇ ਹੱਕ ਸੱਚ ਨਿਆਂ ਦੀ ਗੱਲ ਤਾਂ ਕੋਈ ਵੀ ਕਿਤੇ ਬੈਠਾ ਵੀ ਕਰ ਸਕਦਾ ਹੈਗਾ। ਸੋ ਜੇ ਉਹਨਾਂ ਨੇ ਕੀਤੀ ਹੈ ਤੇ ਅਸੀਂ ਤਾਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਵੀ ਉਹਨਾਂ ਨੇ ਕੀਤੀ ਹੈਗੀ ਹੈ। ਤੇ ਵੱਧ ਦੁੱਖ ਇਹੋ ਹੀ ਹੈ ਕਿ ਸਾਡੇ ਹਾਕਮ ਸੰਵੇਦਨਹੀਣ ਨੇ ਤੇ ਖਾਸ ਕਰਕੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਦੁਨੀਆ ਭਰ ਦੇ ਜਿੰਨੇ ਵੀ ਖਲਨਾਇਕ ਹੋਏ ਨੇ, ਚਾਹੇ ਉਹ ਔਰੰਗਜ਼ੇਬ ਹੋਇਆ, ਚਾਹੇ ਉਹ ਹਿਟਲਰ ਹੋਇਆ, ਤੇ ਮੈਨੂੰ ਐਂ ਲੱਗਦਾ ਕਿ ਹੁਣ ਸਾਡੇ ਜਿਹੜੇ ਨਵੇਂ ਖਲਨਾਇਕ ਨੇ ਉਹਨਾਂ ਨੂੰ ਮਾਤ ਪਾਉਣ ਜਾ ਰਹੇ ਨੇ। ਸਾਡੀਆਂ ਬਹੁਤ ਸਾਰੀਆਂ ਬੱਚੀਆਂ ਨੂੰ ਇਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਾਂ ਉਹਦਾ ਕਾਰਨ ਇਹ ਆ ਕਿ ਪੱਤਰਕਾਰਤਾ ਦੇ ਵਿੱਚ ਬਹੁਤ ਕੁੜੀਆਂ ਜਾਂ ਜਿਹੜੇ ਨੌਜਵਾਨ ਮੁੰਡੇ ਹੈਗੇ ਆ ਉਹਨਾਂ ਨੂੰ ਉਹਨਾਂ ਦਾ ਹੌਸਲਾ ਪਸਤ ਕੀਤਾ ਜਾਵੇ। ਲੋਕਲ ਮੀਡੀਆ ਖਾਸ ਤੌਰ ਤੇ ਜੇ ਪੰਜਾਬ ਦੇ ਜਾਂ ਹਰਿਆਣੇ ਦੇ ਮੀਡੀਆ ਦੀ ਗੱਲ ਕਰੀਏ ਤੇ ਜਿੱਥੇ ਕਿਤੇ ਨਾ ਕਿਤੇ ਨੈਸ਼ਨਲ ਮੀਡੀਆ ਆਪਣੇ ਫਰਜ਼ਾਂ ਤੋਂ ਪਿੱਛੇ ਹੋਇਆ ਤੇ ਇਸ ਜਿਹੜੇ ਮੀਡੀਆ ਨੇ ਕਾਫੀ ਵੱਡੇ ਪੱਧਰ ਤੇ ਅੰਦੋਲਨ ਨੂੰ ਲੋਕਾਂ ਦੇ ਸਾਹਮਣੇ ਲੈ ਆਂਦਾ। ਨੌਦੀਪ ਦਾ ਮਾਮਲਾ ਜੇ ਲੈ ਲਈਏ, ਇੱਕ ਕੁੜੀ ਹੋਣ ਦੇ ਨਾਤੇ ਭਾਵੇਂ ਕਿ ਉਹਦਾ ਕਈ ਵਾਰੀ ਨਾਤਾ ਅੰਦੋਲਨ ਨਾਲ ਜੋੜਿਆ ਗਿਆ, ਭਾਵੇਂ ਕਈ ਵਾਰੀ ਉਹਨੂੰ ਵੱਖ ਕਰਕੇ ਦੇਖਿਆ ਗਿਆ, ਤੇ ਹੁਣ 2-3 ਹੋਰ ਕੁੜੀਆਂ ਹੈਗੀਆਂ, ਅਨੀਤਾ ਜੈਕਬ ਹੈਗੀ ਆ, ਦਿਸ਼ਾ ਰਵੀ ਕੁੜੀ ਹੈਗੀ ਆ, ਇਹਨਾਂ ਸਭ ਨੂੰ ਕਿਸੇ ਨਾ ਕਿਸੇ ਤਰੀਕੇ ਨਾਤਾ ਜੋੜ ਕੇ ਖਾਸ ਤੌਰ ਤੇ ਜਦੋਂ ਕਿਸਾਨ ਮੋਰਚੇ ਨੂੰ ਲੈ ਕੇ ਕੋਈ ਟਵੀਟ ਕਰਦੀਆਂ ਜਾਂ ਵਿੱਚ ਆ ਕੇ ਸ਼ਮੂਲੀਅਤ ਦਰਸਾਉਂਦੀਆਂ ਤੇ ਵੱਡੇ ਪੱਧਰ ਤੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ। ਕੀ ਕਾਰਨ ਸਮਝਦੇ ਆ? ਕਿ ਇਹ ਇੱਕ ਡਰਾਉਣ ਦਾ ਜ਼ਰੀਆ ਹੋ ਸਕਦਾ ਜਾਂ ਵਾਕਈ ਸਰਕਾਰ ਨੂੰ ਲੱਗਦਾ ਕਿ ਉਹਨਾਂ ਦੇ ਲਈ ਖਤਰਨਾਕ ਜਿਹੜੇ ਕੰਮ ਕਰ ਰਹੀਆਂ ਨੇ? ਦੇਖੋ, ਆਪਾਂ ਨੂੰ ਇਹ ਮੰਨ ਕੇ ਹੀ ਚੱਲਣਾ ਚਾਹੀਦਾ ਹੈ ਕਿ ਜਿਹੜਾ ਵੀ ਇੱਕ ਲੋਕ ਪੱਖੀ ਮੀਡੀਆ ਹੈਗਾ ਜਿਹੜਾ ਇਸ ਵੇਲੇ ਕਿਸਾਨਾਂ ਦੀ ਗੱਲ ਕਰ ਰਿਹਾ ਹੈ, ਕਿਸਾਨਾਂ ਤੋਂ ਵੀ ਵੱਧ ਕੇ, ਭਾਵੇਂ ਉਹ ਕਿਸੇ ਹੋਰ ਦਾ ਅੰਦੋਲਨ ਹੁੰਦਾ, ਹੱਕ ਸੱਚ ਨਿਆਂ ਦੀ ਗੱਲ ਕਰ ਰਿਹਾ ਹੈਗਾ ਜਿਹੜਾ ਮੀਡੀਆ, ਤਾਂ ਕੁਦਰਤੀ ਹੈਗਾ ਉਹ ਮੀਡੀਆ ਜਾਂ ਉਹ ਮੀਡੀਆ ਦੇ ਹਮਦਰਦ ਸ਼ੁਭ ਚਿੰਤਕ ਜਿਹੜੇ ਵੀ ਕਿਸੇ ਰੂਪ ਦੇ ਵਿੱਚ ਕੰਮ ਕਰਦੇ ਆ ਉਹ ਸਰਕਾਰ ਦੇ ਨਿਸ਼ਾਨੇ ਤੇ ਆਉਣਗੇ।
ਸੋ ਮੈਨੂੰ ਲੱਗਦਾ ਹੈ ਕਿ ਇਹ ਕੋਈ ਪਹਿਲੀ ਵੇਰ ਨਹੀਂ ਹੋਇਆ ਜਦੋਂ ਕਿ ਮੀਡੀਆ ਜਦੋਂ ਵੀ ਕਿਤੇ ਵਿਸ਼ਵ ਭਰ ਦੇ ਵਿੱਚ ਜੰਗਲ ਯੁੱਧ ਹੋਏ ਨੇ, ਹੱਕ ਸੱਚ ਇਨਸਾਫ ਦੇ ਸੰਘਰਸ਼ ਚੱਲੇ ਨੇ, ਉਦੋਂ ਜਿਹੜਾ ਲੋਕ ਪੱਖੀ ਮੀਡੀਆ ਹੈ ਉਹਨਾਂ ਨੂੰ ਹਕੂਮਤ ਦੇ ਜ਼ਬਰ ਦਾ ਸਾਹਮਣਾ ਕਰਨਾ ਪਿਆ। ਤੇ ਸੱਚਮੁੱਚ ਮੈਨੂੰ ਲੱਗਦਾ ਅੱਜ ਦਾ ਜਿਹੜਾ ਸਵਾਲ ਹੈ, ਅੱਜ ਦਾ ਇੱਕ ਮੀਡੀਆ ਦੇ ਜਿਉਂਦੇ ਹੋਣ ਦਾ, ਜਿਉਂਦੀ ਜ਼ਮੀਰ ਦਾ ਜਿਹੜਾ ਸਵਾਲ ਹੈਗਾ ਉਹ ਇਹੀ ਹੈ ਕਿ ਹੱਕ ਸੱਚ ਨਿਆਂ ਦੇ ਰੂਪ ਦੇ ਵਿੱਚ ਖੜਿਆ ਜਾ ਸਕੇ। ਤੇ ਕੁਦਰਤੀ ਆ ਜਦੋਂ ਖੜਾਂਗੇ ਤਾਂ ਜ਼ੁਲਮ ਵੀ ਹੋਣਗੇ। ਅੱਜ ਤੁਸੀਂ ਕੋਈ ਚੰਗੀ ਗੱਲ ਕਰਦੇ ਹੋ, ਕੱਲ੍ਹ ਨੂੰ ਤੁਹਾਡੇ ਤੇ ਕੇਸ ਬਣ ਸਕਦਾ। ਅੱਜ ਕੋਈ ਮੈਂ ਨਿਆਂ ਦੀ ਗੱਲ ਕਰਦਾ, ਮੇਰੇ ਤੇ ਕੇਸ ਬਣ ਸਕਦਾ। ਅੱਜ ਮੋਸਟਲੀ ਅਸੀਂ ਸਾਰੇ ਉਹ ਲੋਕ ਹਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀ ਸਰਗਰਮੀ ਕਰਦੇ ਹੈਗੇ ਆ, ਚਾਹੇ ਫੇਸਬੁੱਕ ਤੇ ਕੋਈ ਪੋਸਟ ਪਾਉਂਦੇ ਹੈਗੇ ਆ, ਚਾਹੇ ਕਿਸੇ ਦੀ ਪੋਸਟ ਨੂੰ ਲਾਈਕ ਕਰਦੇ ਆ। ਸੋ ਇਹਨਾਂ ਦੇ ਲਈ ਸਾਰਾ ਕੁਝ ਖੁੱਲ੍ਹਾ ਹੈ, ਕਿਉਂਕਿ ਇਹ ਸੱਤਾ ਦੇ ਵਿੱਚ ਨੇ, ਕਿਹਦੇ ਤੇ ਕੇਸ ਨਹੀਂ ਦਰਜ ਕਰ ਸਕਦੇ। ਕੱਲ੍ਹ ਨੂੰ ਸਾਡੀ ਵੀ ਵਾਰੀ ਆ ਸਕਦੀ ਹੈਗੀ ਆ। ਸੋ ਮੈਨੂੰ ਇਹ ਲੱਗਦਾ ਇਸੇ ਰੂਪ 'ਚ ਜਦੋਂ ਵੀ ਇਹ ਸੰਘਰਸ਼ ਚੱਲਦੇ ਆ, ਉਹਨਾਂ ਹੱਕ ਸੱਚ ਨਿਆਂ ਦਾ ਜਿਹੜਾ ਮੁੱਲ ਹੈਗਾ ਉਹ ਦੇਣਾ ਪੈਂਦਾ, ਜਿਉਂਦੇ ਹੋਣ ਦਾ ਪ੍ਰਮਾਣ ਦੇਣਾ ਪੈਂਦਾ। ਸੋ ਸਾਡੇ ਜਿਹੜੇ ਮੀਡੀਆ ਕਰਮੀ ਵੀ ਇਹ ਕੇਸਾਂ ਦੀ ਗ੍ਰਿਫਤ ਦੇ ਵਿੱਚ ਲਏ ਜਾ ਰਹੇ, ਉਹ ਆਪਣੇ ਹੱਕ ਸੱਚ ਇਨਸਾਫ ਦੇ ਪਲੇਟਫਾਰਮ ਤੇ ਖੜੇ ਨੇ ਤੇ ਆਪਣੇ ਜਿਉਂਦੇ ਹੋਣ ਦਾ ਪ੍ਰਮਾਣ ਦੇ ਰਹੇ ਨੇ। ਤੇ ਬਿਨਾਂ ਸ਼ੱਕ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਤਾਕਤਾਂ ਦੇ ਨਾਲ, ਹੱਕ ਸੱਚ ਦੇ ਨਾਲ ਖੜਦੇ ਹੈਗੇ ਆ, ਮੁੱਲ ਦੇਣਾ ਪੈਂਦਾ ਤੇ ਸਾਨੂੰ ਤਿਆਰ ਵੀ ਰਹਿਣਾ ਪੈਂਦਾ। ਤੇ ਮੈਨੂੰ ਲੱਗਦਾ ਇਹੋ ਹੀ ਸਾਡਾ ਫਰਜ਼ ਬਣਦਾ ਹੈ। ਸਰ ਮੈਂ ਇਹ ਵੀ ਜਾਣਨਾ ਚਾਹੁੰਦੀ ਹਾਂ ਕਿ ਬਹੁਤ ਲੰਬੀ ਲਿਸਟ ਹੋ ਗਈ ਹੁਣ ਤਾਂ, ਜੇ ਗਣਾਉਣ ਲੱਗ ਜਾਈਏ ਤਾਂ ਸ਼ਾਇਦ ਘੰਟਾ ਇੱਕ ਲੱਗ ਜਾਵੇ। ਜਿਹੜੇ ਲੱਖਾਂ ਕਰੋੜਾਂ ਲੋਕਾਂ ਦੇ ਵਿੱਚ ਚੁਣ ਕੇ ਅਸੀਂ ਬਹੁਤ ਸੋਚ ਸਮਝ ਕੇ ਮੰਤਰੀ ਸਾਹਮਣੇ ਲੈ ਕੇ ਆਉਂਦੇ ਆ, ਖਾਸ ਤੌਰ ਤੇ ਜਦੋਂ ਲੋਕਤੰਤਰ ਦੀ ਗੱਲ ਕਰਦੇ ਆ ਤੇ ਲੋਕਾਂ ਨੇ ਆਪਣੇ ਹੱਕ ਦੀ ਵਰਤੋਂ ਕਰਦੇ ਉਹ ਲੋਕ ਸਾਹਮਣੇ ਲਿਆਂਦੇ ਆ। ਆਪਾਂ ਜੇ ਲੰਬੀ ਲਿਸਟ ਗਿਣਦੇ ਆ ਤੇ ਸ਼ਾਇਦ ਬਹੁਤ ਟਾਈਮ ਲੱਗ ਜੂ। ਬੀਜੇਪੀ ਦੇ ਮੰਤਰੀਆਂ ਦੇ ਬਿਆਨ, ਇੱਕ ਪਾਸੇ ਅੰਦੋਲਨ ਦੀ ਗੰਭੀਰਤਾ, ਸਾਡੇ 2-250 ਲੋਕਾਂ ਦਾ ਸ਼ਹਾਦਤ ਨੂੰ ਪ੍ਰਾਪਤ ਹੋ ਜਾਣਾ, ਇੱਥੇ ਦੁੱਖ ਝਾਗਣੇ ਸੜਕਾਂ ਦੇ ਉੱਤੇ ਬੈਠ ਕੇ, ਤੇ ਦੂਜੇ ਪਾਸੇ ਮੰਤਰੀਆਂ ਦੇ ਬਿਆਨ, ਪ੍ਰਧਾਨ ਮੰਤਰੀ ਸਾਹਿਬ ਵੱਲੋਂ ਅੰਦੋਲਨ ਜੀਵੀ ਪਰਜੀਵੀ ਵਰਡ ਯੂਜ਼ ਕੀਤੇ ਜਾਣੇ ਆਪਣੀ ਜਨਤਾ ਦੇ ਲਈ, ਜਦਕਿ ਪ੍ਰਧਾਨ ਮੰਤਰੀ ਮਾਈ ਬਾਪ ਹੁੰਦਾ, ਪਿਓ ਹੁੰਦਾ ਪੂਰੇ ਦੇਸ਼ ਦਾ। ਦੂਜੇ ਪਾਸੇ ਅਸੀਂ ਜੇ ਖੇਤੀਬਾੜੀ ਮੰਤਰੀ ਦੀ ਗੱਲ ਕਰ ਲਈਏ, ਹਰਿਆਣਾ ਦੇ ਜੇਪੀ ਦਲਾਲ ਸਾਹਿਬ, ਉਹਨਾਂ ਦਾ ਇਹ ਕਹਿਣਾ ਕਿ ਜੇ ਇਹ ਇੱਥੇ ਮਰ ਗਏ ਤੇ ਕਿੱਡੀ ਗੱਲ ਹੋ ਗਈ, ਉੱਥੇ ਵੀ ਮਰਨਾ ਹੀ ਸੀ ਇਹਨਾਂ ਨੇ। ਇਹ ਪ੍ਰਧਾਨ ਮੰਤਰੀ ਇਹਨਾਂ ਲਈ ਸੰਵੇਦਨਾ ਇਸ ਲਈ ਵਿਅਕਤ ਨਹੀਂ ਕਰ ਸਕਦੇ ਕਿਉਂਕਿ ਇਹ ਕਿਸੇ ਐਕਸੀਡੈਂਟ ਨਹੀਂ ਮਰੇ। ਇਹ ਇੱਦਾਂ ਦੇ ਬਿਆਨਾਂ ਦੀ ਮਤਲਬ ਕਿਵੇਂ ਦੇਖਦੇ ਹੋ, ਕਿਉਂਕਿ ਲੋਕ ਆਹਤ ਹੋ ਰਹੇ ਨੇ ਬੈਠੇ ਹੋਏ। ਜਿੱਥੇ ਤੱਕ ਲੋਕ ਰਾਜ ਦੀ ਗੱਲ ਹੈ, ਲੋਕ ਰਾਜ ਕੋਈ ਬਹੁਤ ਹੀ, ਜਦੋਂ ਇਹਦੇ ਅਸੀਂ ਅਰਥ ਦੇਖਦੇ ਹਾਂ ਤਾਂ ਇਹ ਲੱਗਦਾ ਹੁੰਦਾ ਹੈ ਕਿ ਲੋਕ ਰਾਜ ਦਾ ਮਤਲਬ ਹੈ ਸਾਡਾ ਆਪਣਾ ਰਾਜ, ਲੋਕਾਂ ਦਾ ਆਪਣਾ ਰਾਜ। ਤੇ ਇਹਦੇ ਹੁਣ ਅਰਥ ਇੰਨੇ ਬਦਲ ਚੁੱਕੇ ਨੇ ਕਿ ਇਹ ਲੋਕ ਰਾਜ ਨਹੀਂ ਰਿਹਾ ਹੈਗਾ। ਉਹਦਾ ਕਾਰਨ ਇਹ ਹੈਗਾ ਕਿ ਸ਼ਾਇਦ ਉਹ ਹਿੰਦੁਸਤਾਨ ਹੀ ਨਹੀਂ, ਹਿੰਦੁਸਤਾਨ ਤੇ ਬਾਹਰ ਵੀ ਕੁਛ ਇਸ ਤਰ੍ਹਾਂ ਦਾ ਹੋ ਰਿਹਾ ਹੋਊਗਾ। ਉਹਦਾ ਕਾਰਨ ਇਹ ਹੈ ਕਿ ਵੋਟਾਂ ਦੁਆਰਾ ਚੁਣੀ ਹੋਈ ਸਰਕਾਰ। ਹੁਣ ਦੇਖਣ ਵਾਲਾ ਇਹ ਹੈਗਾ ਕਿ ਕਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਤੁਸੀਂ ਹੋ ਜਿਨ੍ਹਾਂ ਨੇ ਹੋ ਸਕਦਾ ਵੀ ਮਾਸਟਰ ਡਿਗਰੀਆਂ ਹਾਸਲ ਕੀਤੀਆਂ ਹੋਣ, ਤੁਸੀਂ ਇੱਕ ਵੋਟਰ ਹੋ, ਤੇ ਦੂਸਰੇ ਪਾਸੇ ਉਹ ਵੀ ਇੱਕ ਵੋਟਰ ਹੈ ਜਿਹਦਾ ਸਕੂਲ ਦੇ ਨਾਲ ਵਾਹ ਨਹੀਂ ਪਿਆ, ਜਿਹਦਾ ਸਿੱਖਿਆ ਦੇ ਨਾਲ ਕੋਈ ਨਾਤਾ ਨਹੀਂ, ਸਮਝ ਦੇ ਨਾਲ ਨਾਤਾ ਨਹੀਂ। ਸਿੱਖਿਆ ਤਾਂ ਨਾਲ ਸਮਝ ਨੂੰ ਲੈ ਕੇ ਆਉਂਦੀ ਹੈ, ਵਿਵੇਕ ਨੂੰ ਲੈ ਕੇ ਆਉਂਦੀ ਹੈ। ਤੇ ਜਿੱਥੇ ਸਾਡੇ ਵੋਟਰ ਸਮਝ ਤੋਂ ਕੋਰੇ ਨੇ, ਔਰ ਵੱਡੀ ਗਿਣਤੀ ਦੇ ਵਿੱਚ ਕੋਰੇ ਬੜੇ ਸ਼ਾਸੀ ਢੰਗ ਦੇ ਨਾਲ ਰੱਖੇ ਹੋਏ ਨੇ, ਉਹ ਜਦੋਂ ਵੀ ਵੋਟਾਂ ਆਉਂਦੀਆਂ ਨੇ ਨਸ਼ਾ ਲੈ ਕੇ ਜਾਂ ਲਾਲਚ ਦੇ ਸਿਰ ਤੇ ਉਹ ਵੋਟ ਪਾਉਂਦੇ ਨੇ। ਤੇ ਜਦੋਂ ਫਿਰ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੇ ਵੋਟਰ ਨੇ, ਜਦੋਂ ਵੱਡੀ ਗਿਣਤੀ ਦੇ ਵਿੱਚ ਵੋਟਰ ਹੈ ਜਿਹੜੇ ਉਹ ਕੋਈ ਆਪਣੇ ਨੇਤਾਵਾਂ ਨੂੰ ਚੁਣਨਗੇ, ਸਾਡਾ ਸਿਸਟਮ ਵੋਟਾਂ ਦਾ ਕਿਵੇਂ ਆ ਉਹ ਵੀ ਤੁਹਾਨੂੰ ਪੂਰਾ ਇੱਕ ਲੱਠ ਮਾਰਾਂ ਦਾ ਸਿਸਟਮ ਹੈਗਾ। ਇੱਕ ਪੂੰਜੀਪਤੀ ਜਾਂ ਉਹ ਲੋਕ ਜਿਹੜੇ ਇਹ ਕਹਿ ਲਓ ਵੀ ਲੱਖਾਂ ਕਰੋੜਾਂ ਖਰਚ ਕਰ ਸਕਦੇ ਆ, ਤੇ ਈਵਨ ਕਾਰਪੋਰੇਟਾਂ ਤੋਂ ਫੰਡ ਲੈ ਕੇ ਲੋਕੀ ਇਹ ਚੋਣਾਂ ਲੜਦੇ ਨੇ। ਤੇ ਸੱਚ ਇਹ ਕਹਾਂ ਕਿ ਉਹ ਲੋਕ ਜਿਹੜੇ ਅਪਰਾਧੀ ਕਿਸਮ ਦੇ ਲੋਕ ਜੇਲ੍ਹਾਂ ਦੇ ਵਿੱਚ ਹੋਣੇ ਚਾਹੀਦੇ ਆ, ਉਹ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾਵਾਂ ਦੇ ਵਿੱਚ ਭੇਜ ਦਿੱਤੇ ਜਾਂਦੇ ਆ। ਤੇ ਉਹੀ ਫਿਰ ਉਹਨਾਂ ਲੋਕਾਂ ਦੀ ਪੁਸ਼ਤ ਪਨਾਹੀ ਕਰਦੇ ਆ ਜਿਨ੍ਹਾਂ ਤੋਂ ਵੱਡੇ ਫੰਡ ਲੈ ਕੇ, ਉਹ ਜਿਨ੍ਹਾਂ ਦੇ ਜਹਾਜ਼ਾਂ ਤੇ ਚੜ੍ਹ ਕੇ ਉਹ ਇਹ ਸਾਰਾ ਕੁਝ ਕਰਦੇ ਨੇ। ਤੇ ਉਹ ਕੁਦਰਤੀ ਉਹਨਾਂ ਦੀ ਪੁਸ਼ਤ ਪਨਾਹੀ ਕਰਦੇ, ਉਹਨਾਂ ਦੀ ਪੁਸ਼ਤ ਪਨਾਹੀ ਦੇ ਵਿੱਚੋਂ ਹੀ ਇਹ ਕਾਨੂੰਨ ਆਏ ਨੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਤੇ ਲੋਕਾਂ ਨੂੰ ਖਤਮ ਕਰਨ ਦੇ ਲਈ। ਸੋ ਮੈਂ ਤਾਂ ਇਸ ਲੋਕ ਰਾਜ ਨੂੰ ਇਸ ਰੂਪ ਦੇ ਵਿੱਚ ਦੇਖ ਰਿਹਾ। ਇਹ ਲੋਕ ਰਾਜ ਹੈ ਨਹੀਂ, ਜੇ ਇਹਨੂੰ ਜੋਕ ਰਾਜ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ ਹੈ।
ਤੁਸੀਂ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਬੜੀ ਨਿਰਪੱਖ ਰਾਏ ਦਿੰਦੇ ਰਹੇ ਹੋ। ਪੰਜਾਬੋਂ ਉੱਠ ਕੇ ਜਿਹੜੇ ਪੰਜਾਬ ਦੇ ਲੋਕ ਆ ਕਿਸਾਨ ਮੋਰਚੇ ਦੇ ਰੂਪ 'ਚ ਦਿੱਲੀ ਆ ਕੇ ਬੈਠ ਗਏ। ਪੰਜਾਬ ਦੇ ਹਾਕਮਾਂ ਨੂੰ ਤੁਸੀਂ ਕਿੰਨਾ ਕੁ ਜਿਹੜਾ ਇਹਦੇ ਵਿੱਚ ਮੰਨਦੇ ਹੋ ਕਿ ਉਹਨਾਂ ਦੀ ਸ਼ਮੂਲੀਅਤ ਹੈਗੀ ਆ ਕਿ ਜੇ ਉਹ ਪਹਿਲਾਂ ਹੀ ਦਿੱਲੀ ਨੂੰ ਘੂਰ ਦਿੰਦੇ ਸ਼ਾਇਦ ਸਾਡੇ ਲੋਕਾਂ ਨੂੰ ਇੱਥੇ ਕਿੰਨੀਆਂ ਸ਼ਹਾਦਤਾਂ ਦੇਣੀਆਂ ਨਾ ਪੈਂਦੀਆਂ, ਉਹਨਾਂ ਨੂੰ ਕਿੰਨਾ ਕੁ ਜ਼ਿੰਮੇਵਾਰ ਸਮਝਦੇ ਹੋ? ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਪੀ ਸਾਈਨਾਥ ਜੀ ਆਏ ਸੀ। ਉਹਨਾਂ ਨੇ ਇੱਕ ਆਪਣਾ ਦੋਸਤ ਜਾਂ ਇਹ ਕਹਿ ਲਓ ਦੋਸਤਾਂ ਵਰਗਾ ਜਿਹੜਾ ਵੀ ਕੋਈ ਸ਼ਾਇਦ ਅਰੁਣ ਸ਼ੌਰੀ ਉਹਦਾ ਨਾਂ ਲਿਆ ਸੀ ਜਾਂ ਕੋਈ ਹੋਰ ਵੀ ਹੋ ਸਕਦਾ ਹੈਗਾ, ਉਹ ਇਹਨਾਂ ਦਾ ਬੀਜੇਪੀ ਦਾ ਕੋਈ ਮੰਤਰੀ ਰਿਹਾ ਸੀਗਾ। ਤੇ ਉਸ ਤੋਂ ਬਾਅਦ ਜਦੋਂ ਇਹਨੇ ਪੁੱਛਿਆ ਵੀ ਦੱਸ ਹੋਈ ਯਾਰ ਤੂੰ ਬੀਜੇਪੀ ਦੇ ਵਿੱਚ ਰਿਹਾ, ਤੇਰੇ ਅਨੁਭਵ ਕਹੇ ਜੇ ਨੇ, ਤਾਂ ਉਹਨੇ ਇਹ ਕਿਹਾ ਸੀ ਕਿ ਕਾਂਗਰਸ ਸ਼ਬਦ ਦੇ ਨਾਲ ਜੇ ਗਾਂ ਲਾ ਦਈਏ ਤਾਂ ਉਹ ਬੀਜੇਪੀ ਬਣ ਜਾਂਦਾ। ਜਿਹਦਾ ਮਤਲਬ ਉਹਦੇ ਕਹਿਣ ਦਾ ਮਤਲਬ ਵੀ ਕਾਂਗਰਸ ਤੇ ਬੀਜੇਪੀ ਦੇ ਵਿੱਚ ਬਹੁਤਾ ਫਰਕ ਨਹੀਂ, ਇੱਕ ਗਾਂ ਦਾ ਫਰਕ ਹੈਗਾ। ਤੇ ਜੇ ਆਪਾਂ ਦੇਖੀਏ ਵੀ ਆਹ ਜਿਹੜੀ ਸੱਤਾ ਦੇ ਵਿੱਚ ਆਏ ਨੇ ਜਿਹੜੇ ਲੋਕ ਬੀਜੇਪੀ ਵਾਲੇ, ਜਿਹੜੇ ਨਾਗਪੁਰ ਤੋਂ ਕੰਟਰੋਲ ਹੁੰਦੇ ਨੇ, ਜਿਹੜੇ ਫਾਸਿਸਟ ਨੇ, ਇਹ ਇਸ ਕਰਕੇ ਹੀ ਆਏ ਹੈ ਕਿ ਕਾਂਗਰਸ ਨੇ ਇਹਨਾਂ ਨੂੰ ਮੌਕਾ ਦਿੱਤਾ ਅੱਗੇ ਆਉਣ ਦਾ। ਜੇ ਕਾਂਗਰਸ ਚੰਗੀ ਹੁੰਦੀ ਤਾਂ ਘੱਟੋ ਘੱਟ ਕਪੜੇ ਤੇ ਕਪੜਾ ਨਾ ਕਰਦੀ, ਕੋਈ ਐਜੂਕੇਸ਼ਨ ਦੇ ਵਿੱਚ ਸਿਫਤੀ ਤਬਦੀਲੀਆਂ ਕਰਦੀ, ਸਾਡੇ ਲੋਕ ਪੜ੍ਹ ਜਾਂਦੇ। ਕਿਉਂਕਿ ਕਾਂਗਰਸੀ ਵੀ ਇਸ ਗੱਲ ਤੇ ਹੀ ਖੜੇ ਸੀ ਕਿ ਅਸੀਂ ਵੋਟਰ ਪੈਦਾ ਕਰਨੇ ਆ ਤੇ ਵੋਟਰਾਂ ਦੇ ਰਾਹੀਂ ਅਸੀਂ ਅੱਗੇ ਆਉਣਾ। ਉਹ ਵੋਟਰ ਇਹੋ ਜਿਹੇ ਪੈਦਾ ਕੀਤੇ ਜਿਨ੍ਹਾਂ ਦੀ ਮੈਂ ਪਹਿਲਾਂ ਗੱਲ ਕਰ ਚੁੱਕਿਆ ਹੈਗਾ। ਸੋ ਦੇਸ਼ ਦੀਆਂ ਬੇੜੀਆਂ 'ਚ ਵੱਟੇ ਪਾਉਣ ਦੇ ਲਈ ਜਿਹੜੇ ਆਜ਼ਾਦੀ ਤੋਂ ਬਾਅਦ ਦੇ ਕਾਂਗਰਸੀ ਹੁਕਮਰਾਨ ਨੇ ਉਹ ਵੀ ਜ਼ਿੰਮੇਵਾਰ ਨੇ। ਤੇ ਪੰਜਾਬ ਦੇ ਵਿੱਚ ਜੋ ਕੁਛ ਉਹ ਕਰਕਰਾ ਰਹੇ ਨੇ, ਇੱਕ ਤਾਂ ਚਲੋ ਵਧੀਆ ਗੱਲ ਹੈ ਕਿਉਂਕਿ ਇਹਨਾਂ ਦੀਆਂ ਆਪਸੀ ਵਿਰੋਧਤਾਈਆਂ ਵੀ ਹੁੰਦੀਆਂ। ਕਾਂਗਰਸ ਦੀ ਜਿਸ ਕਿਸਮ ਦੀ ਕੋਈ ਵੀ ਛੋਟੀ ਮੋਟੀ ਵਿਰੋਧਤਾਈ ਬੀਜੇਪੀ ਦੇ ਨਾਲ ਹੈਗੀ ਹੈ, ਉਹ ਪੰਜਾਬ ਦੀ ਕਿਸਾਨੀ ਦੇ ਕੰਮ ਆਈ ਹੈਗੀ ਹੈ। ਅਦਰਵਾਈਜ਼ ਜੇ ਉੱਥੇ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੁੰਦੀ ਤਾਂ ਹੋ ਸਕਦਾ ਸਾਡੀ ਕਿਸਾਨੀ ਸੰਘਰਸ਼ ਇਸ ਰੂਪ ਦੇ ਵਿੱਚ ਸਾਨੂੰ ਨਾ ਦਿਖਦਾ, ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ। ਸੋ ਕਿਸੇ ਹੱਦ ਤੱਕ ਇਹ ਉੱਥੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦਾ ਹੋਣਾ ਇਸ ਸੰਘਰਸ਼ ਦੇ ਲਈ ਸਹਾਈ ਤਾਂ ਜ਼ਰੂਰ ਹੋਇਆ, ਪਰ ਫਿਰ ਵੀ ਮੈਂ ਇਹ ਕਹਾਂ ਕਿ ਦਿਲੀ ਹਮਦਰਦੀ ਹੋਊਗੀ ਉਹਨਾਂ ਲੋਕਾਂ ਨੂੰ ਇਸ ਸੰਘਰਸ਼ ਦੇ ਨਾਲ, ਉਹ ਮੈਨੂੰ ਲੱਗਦੀ ਨਹੀਂ ਹੈ। ਤੁਸੀਂ ਸੋਹਣਾ ਸੁਨੇਹਾ ਜਿਹੜਾ ਉਹਦੇ ਸਰੀਰ ਦੇ ਉੱਤੇ ਪਹਿਨ ਕੇ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਇਸ ਵੇਲੇ, ਪੈਦਲ ਜਿਹੜਾ ਤੁਰ ਫਿਰ ਕੇ ਲੋਕਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਹੋ। ਸੋ ਉਸ ਜਿਹੜਾ ਆਧਾਰ ਦੇ ਉੱਤੇ ਇਹਨਾਂ ਲੋਕਾਂ ਦਾ ਪੰਜਾਬ 'ਚ ਭਵਿੱਖ ਕੀ ਦੇਖਦੇ ਹੋ, ਪੰਜਾਬ ਦੇ ਹਾਕਮਾਂ ਦਾ? ਦੇਖੋ, ਜਿੱਥੇ ਤੱਕ ਪੰਜਾਬ ਦੇ ਹਾਕਮਾਂ ਦਾ ਸਵਾਲ ਹੈ ਉੱਥੇ ਮੈਨੂੰ ਕੋਈ ਕਿਉਂਕਿ ਅਜੇ ਵੀ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਹੁਣ ਤੱਕ ਰਵਾਇਤੀ ਪਾਰਟੀਆਂ ਰਾਜ ਕਰਦੀਆਂ ਆਈਆਂ ਨੇ। ਮਾਫ ਕਰਨਾ, ਮੈਂ ਇਹ ਗੱਲ ਵਿੱਚ ਐਡ ਕਰਨਾ ਚਾਹੁੰਦੀ ਹਾਂ ਵੀ ਸਾਡੇ ਲੋਕ ਭੁੱਲ ਬਹੁਤ ਛੇਤੀ ਜਾਂਦੇ ਆ। ਕਿ ਤੁਹਾਨੂੰ ਲੱਗਦਾ ਕਿ ਜੋ ਕੁਝ ਇੱਥੇ ਇਹਨਾਂ ਨਾਲ ਬੀਤ ਰਹੀਆਂ ਤੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਹੁੰਦਾ ਵੀ ਅਸੀਂ ਪੰਜਾਬ ਜਾ ਕੇ ਅਸੀਂ ਪੰਥ ਦੇ ਨਾਂ ਤੇ ਵੋਟਾਂ ਲੈਣ ਵਾਲਿਆਂ ਨੂੰ ਵੀ ਦੱਸਾਂਗੇ ਤੇ ਰਾਜਾ ਸਾਹਿਬ ਨੂੰ ਵੀ ਦੱਸਾਂਗੇ। ਸੋ ਉਸ ਆਧਾਰ ਤੇ ਕੀ ਤੁਹਾਨੂੰ ਲੱਗਦਾ ਵੀ ਇਹਨਾਂ ਦਾ ਕੋਈ ਭਵਿੱਖ ਨਿਸ਼ਚਿਤ ਹੋਊਗਾ ਜਾਂ ਸਾਡੇ ਲੋਕ ਭੁੱਲ ਜਾਣਗੇ? ਦੇਖੋ ਬੇਟਾ, ਅਸੀਂ ਤਾਂ ਬੜੇ ਹੀ ਆਸਵੰਦ ਹੈਗੇ ਆ। ਅਸੀਂ ਤਾਂ ਉਹ ਲੋਕ ਹਾਂ ਤਬਦੀਲੀ ਪਸੰਦ ਲੋਕ। ਸਾਨੂੰ ਇਹ ਜਿਹੜਾ ਸਿਸਟਮ ਚੱਲ ਰਿਹਾ ਹੈ ਜਿਹਦੇ ਵਿੱਚ ਬੰਦਾ ਬੰਦੇ ਨੂੰ ਲੁੱਟ ਰਿਹਾ, ਸਾਨੂੰ ਇਹ ਪਸੰਦ ਨਹੀਂ। ਅਸੀਂ ਜ਼ਰੂਰ ਚਾਹੁੰਦੇ ਹੁੰਦੇ ਹਾਂ ਕਿ ਕੁਛ ਨਾ ਕੁਛ ਤਬਦੀਲੀ ਇਹਦੇ 'ਚ ਹੋਣੀ ਚਾਹੀਦੀ ਆ। ਸੋ ਇਹ ਤਬਦੀਲੀ ਨੂੰ ਇਸ ਰੂਪ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ ਕਿ ਪੰਜਾਬ ਦੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਉਹ ਬਦਲ ਕੇ ਇੱਥੇ ਰਾਜ ਕਰਦੀਆਂ ਰਹਿਣ। ਸੋ ਅਸੀਂ ਤਾਂ ਬੜੇ ਆਸਵੰਦ ਸੀਗੇ ਕਿਸਾਨ ਸੰਘਰਸ਼ ਤੋਂ, ਹੁਣ ਵੀ ਹੈਗੇ ਆ ਕਿ ਇਹਦੇ ਵਿੱਚ ਪੰਜਾਬ ਦਾ ਕੋਈ ਤੀਸਰਾ ਰਾਜਸੀ ਬਦਲ ਹੈਗਾ ਜਿਹੜਾ ਉਹ ਉੱਭਰਨਾ ਚਾਹੀਦਾ ਹੈਗਾ। ਜਦੋਂ ਕਿ ਜਿਹੜੀਆਂ ਵੀ ਰਵਾਇਤੀ ਰਾਜਸੀ ਪਾਰਟੀਆਂ ਰਹੀਆਂ ਉਹਨਾਂ ਨੇ ਬਾਰ-ਬਾਰ ਸਾਨੂੰ ਉਦਾਸ ਕੀਤਾ, ਨਿਰਾਸ਼ ਕੀਤਾ ਹੈਗਾ। ਇਹ ਆਸਵੰਦ ਜ਼ਰੂਰ ਹੈਗੇ ਆ, ਪਰ ਨਾਲ ਦੀ ਨਾਲ ਅੱਜ ਇਹ ਵੀ ਮਹਿਸੂਸ ਹੋ ਰਿਹਾ ਕਿ ਪੰਜਾਬ ਦੀ ਜਿਹੜੀ ਕਿਸਾਨ ਸੰਘਰਸ਼ ਮੂਵਮੈਂਟ ਹੈਗੀ ਹੈ ਜਿਹੜੀ, ਇਹਦੇ ਲਈ ਵੀ ਬਹੁਤ ਸਾਰੀਆਂ ਚੁਣੌਤੀਆਂ ਹੈਗੀਆਂ। ਉਹ ਚੁਣੌਤੀਆਂ ਨੂੰ ਇਹ ਕਿਵੇਂ ਓਵਰਕਮ ਕਰਦੀ ਹੈ, ਇਹ ਆਉਣ ਵਾਲੇ ਸਮੇਂ ਦਾ ਸਵਾਲ ਹੈ। ਉਮੀਦ ਹੈ ਕਿ ਇਸ ਚੁਣੌਤੀਆਂ ਨੂੰ ਓਵਰਕਮ ਕਰਦੀ ਹੋਈ ਇਹ ਨਾਲ ਦੀ ਨੇੜ ਭਵਿੱਖ ਦੇ ਵਿੱਚ ਕੋਈ ਨਾ, ਕਿਉਂਕਿ ਚੋਣਾਂ ਛੇਤੀ ਆ ਰਹੀਆਂ ਨੇ, 2002 ਦੇ ਵਿੱਚ ਆ ਰਹੀਆਂ ਨੇ, ਕੋਈ ਇਸ ਕਿਸਮ ਦਾ ਜਿਹੜਾ ਰਾਜਸੀ ਬਦਲ ਹੈਗਾ ਉਹ ਦਊਗੀ। ਅਤੇ ਮੈਂ ਤਾਂ ਇਸ ਤਰ੍ਹਾਂ ਲੱਗ ਰਿਹਾ ਅੱਜ ਪੰਜਾਬ ਦੇ ਮਾਹੌਲ ਦੇ ਵਿੱਚ ਕਿ ਜੇ ਕਿਸਾਨੀ ਮੂਵਮੈਂਟ ਅੱਗੇ ਆ ਜਾਂਦੀ ਹੈ ਰਾਜਸੀ ਬਦਲ ਦੇ ਤੌਰ 'ਤੇ, ਤਾਂ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਤੇ ਉਹ ਹੋ ਸਕਦਾ ਉਹਨਾਂ ਸਾਰਿਆਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਜਾਣ। ਤੁਹਾਡੇ ਤਜਰਬੇ ਤੋਂ ਤੁਸੀਂ ਕਿਵੇਂ ਦੇਖਦੇ ਆ ਕਿ ਹੁਣ ਤੱਕ ਜਿਹੜੀਆਂ ਗਤੀਵਿਧੀਆਂ ਦਿੱਤੀਆਂ ਜਾ ਰਹੀਆਂ, ਬਿਨਾਂ ਸ਼ੱਕ ਬਹੁਤੀਆਂ ਗਤੀਵਿਧੀਆਂ ਸਫਲ ਰਹੀਆਂ, ਇਸੇ ਲਈ ਅਸੀਂ ਇੱਕ ਸਫਲ ਕਿਸਾਨ ਮੋਰਚਾ ਜਿਹੜਾ ਇੱਥੇ ਸਥਾਪਿਤ ਕਰਨ 'ਚ ਕਾਮਯਾਬ ਹੋਏ ਹਾਂ।
ਹੁਣ ਜਿਹੜੀਆਂ ਗਤੀਵਿਧੀਆਂ ਮਿਲ ਰਹੀਆਂ ਜਾਂ ਨੌਜਵਾਨਾਂ ਦੇ ਸੰਦਰਭ ਤੋਂ ਜਾਂ ਬਜ਼ੁਰਗਾਂ ਦੇ ਸੰਦਰਭ ਤੋਂ ਕਿਵੇਂ ਦੇਖ ਰਹੇ ਹੋ? ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਜਿਹੜਾ ਠੋਸ ਐਕਸ਼ਨ ਲੈਣ ਦੀ ਜ਼ਰੂਰਤ ਹੈਗੀ ਹੈ ਤਾਂ ਕਿ ਸਰਕਾਰ ਨੂੰ ਥੋੜਾ ਜਿਹਾ ਹੋਰ ਸੇਕ ਲੱਗੇ? ਹਾਂ ਦੇਖੋ, ਮੈਨੂੰ ਇਹ ਤਾਂ ਲੱਗਦਾ ਹੈ ਆਪਾਂ ਨੂੰ ਇਹਦੇ ਵਿੱਚ ਕੋਈ ਲੁਕੋ ਨਹੀਂ ਕਿ 26 ਤਰੀਕ ਨੂੰ ਜੋ ਕੁਛ ਇੱਥੇ ਘਟਨਾਵਾਂ ਵਾਪਰੀਆਂ ਉਹਨੇ ਇੱਕ ਵਾਰ ਇਸ ਸੰਘਰਸ਼ ਨੂੰ ਮੂੰਹ ਦੇ ਮੂੰਹ ਸੁੱਟਿਆ ਹੈਗਾ। ਇੱਕ ਮੈਂ ਇਹ ਵੀ ਮਹਿਸੂਸ ਕਰਦਾ ਕਿਉਂਕਿ ਹੱਕ ਸੱਚ ਨਿਆਂ ਦੀ ਇਹ ਲੜਾਈ ਹੈ ਜਿਹਦੇ 'ਚ ਕੁਦਰਤ ਵੀ ਇਹਦੇ ਨਾਲ ਹੈ। ਕੁਦਰਤ ਕਹਿ ਲਓ ਤੁਸੀਂ, ਗੋਡ ਕਹਿ ਲਓ, ਕੁਛ ਵੀ ਕਹਿ ਲਓ। ਜਾਣੀ ਇੱਕ ਕਰਤਾਰੀ ਜਿਹਾ ਜਿਹੜਾ ਵਰਤਾਰਾ 28 ਤਰੀਕ ਦੀ ਰਾਤ ਨੂੰ ਗਾਜ਼ੀਪੁਰ ਬਾਰਡਰ ਦੇ ਉੱਤੇ ਵਾਪਰਿਆ ਹੈਗਾ, ਉਹਨੇ ਮੁੜ ਕੇ ਫਿਰ ਇਹਨੂੰ 100% ਤੇ ਖੜਾ ਕਰ ਦਿੱਤਾ ਹੈ ਇਸ ਅੰਦੋਲਨ ਨੂੰ। ਕਿਤੇ ਨਾ ਕਿਤੇ ਡਕੈਤ ਸਾਹਿਬ ਨੂੰ ਸਿਰ ਬਿਲਕੁਲ ਜਾਂਦਾ ਹੈ ਕਿ ਕੁਦਰਤ ਉਹਦੀਆਂ ਅੱਖਾਂ ਰਾਹੀਂ ਅਥਰੂ ਬਣ ਕੇ ਬਾਹਰ ਆਈ ਹੈ ਤੇ ਜਿਹਦੇ ਕਰਕੇ ਮਤਲਬ ਇਹ ਜਿਹੜਾ ਸੰਘਰਸ਼ ਹੈਗਾ ਇਸ ਪੜਾਅ ਦੇ ਉੱਤੇ ਪਹੁੰਚਿਆ ਹੈਗਾ। ਸੋ ਇਹਦੇ ਤੇ ਆਸਾਂ ਉਮੀਦਾਂ ਬਹੁਤ ਨੇ ਕਿਉਂਕਿ ਉਹ ਪੜਾਅ ਦਰ ਪੜਾਅ ਕਿਸਾਨ ਵੱਧਦੇ ਜਾ ਰਹੇ ਸੀ। 26 ਤਰੀਕ ਦਾ ਇੱਕ ਟਰੈਕਟਰ ਮਾਰਚ ਸੀ, ਉਸ ਤੋਂ ਕੁਛ ਦਿਨਾਂ ਪਿੱਛੋਂ ਪਾਰਲੀਮੈਂਟ ਨੂੰ ਘੇਰਿਆ ਜਾਣਾ ਸੀਗਾ। ਸੋ ਅੱਜ ਵੀ ਮੈਨੂੰ ਲੱਗਦਾ ਵੀ ਉਸ ਹਾਦਸੇ ਤੋਂ ਬਾਅਦ ਕਿਸਾਨ ਮੂਵਮੈਂਟ ਹੈ ਜਿਹੜੀ ਫੇਰ ਉੱਭਰੀ ਹੈ। ਉੱਭਰਨ ਤੋਂ ਬਾਅਦ 6 ਜਨਵਰੀ ਨੂੰ ਇੱਕ ਚੱਕਾ ਜਾਮ ਦਾ ਸੱਦਾ ਦਿੱਤਾ ਸੀਗਾ, ਪਰ ਫਿਰ ਵੀ ਮੈਂ ਮਹਿਸੂਸ ਕਰਦਾ ਕਿ ਬਹੁਤ ਹੀ ਸਲੋ ਚੱਲ ਰਹੇ ਨੇ ਕਿਉਂਕਿ ਕੋਈ ਸੱਟ ਵੱਡੀ ਵੱਜੀ ਹੋਈ ਹੈ। ਕਿਉਂਕਿ ਉਸ ਦਿਨ 4 ਘੰਟੇ ਦਾ ਚੱਕਾ ਜਾਮ ਦਿੱਤਾ ਹੋਇਆ ਸੀਗਾ, ਫਿਰ ਵੀ ਉਹਦੇ 'ਚ ਕਿਤੇ ਨਾ ਕਿਤੇ ਢਿੱਲ ਵੀ ਨੋਟ ਕੀਤੀ ਗਈ ਹੈ। ਪਰ 4 ਘੰਟੇ ਕਾਫੀ ਨਹੀਂ ਹੁੰਦੇ, ਉਹਨੂੰ 8 ਘੰਟੇ ਵੀ ਕੀਤਾ ਜਾ ਸਕਦਾ ਸੀ। ਜਿਵੇਂ ਇਹ ਇੱਕ ਸੰਕੇਤਕ ਜਿਹਾ ਰੋਸ ਹੈਗਾ, ਇਹ ਰੋਸ ਨਹੀਂ, ਇਹਨੂੰ ਸੰਕੇਤਕ ਰੋਸ ਕਹਿ ਸਕਦੇ ਹਾਂ ਤਾਂ ਕਿ ਹਾਕਮਾਂ ਨੂੰ ਕੋਈ ਮਾੜਾ ਮੋਟਾ ਉਹ ਕੋਈ ਵਿਚਾਰ ਨਾ ਸ਼ੁਰੂ ਕਰਨ। ਜਿਵੇਂ ਹੁਣ ਕੱਲ੍ਹ ਨੂੰ 18 ਫਰਵਰੀ ਨੂੰ, ਮਤਲਬ ਸ਼ਾਇਦ ਮੈਂ ਪਹਿਲਾਂ 6 ਫਰਵਰੀ ਜਾਂ ਜਨਵਰੀ ਕਹਿ ਗਿਆ, ਉਹ ਐਕਚੁਅਲੀ 6 ਫਰਵਰੀ ਹੈ। ਉਹ 6 ਫਰਵਰੀ ਦਾ ਚੱਕਾ ਜਾਮ ਸੀ ਤੇ ਹੁਣ ਰੇਲ ਰੋਕੂ ਹੈਗਾ ਕੱਲ 18 ਫਰਵਰੀ ਦਾ। ਸੋ ਇਹ ਵੀ ਮੈਨੂੰ ਐਂ ਲੱਗਦਾ ਸੰਕੇਤਕ ਹੈ, 4 ਘੰਟੇ ਦਾ ਹੈਗਾ। ਸੋ ਮੈਨੂੰ ਇਹ ਲੱਗਦਾ ਕਿ ਬੜੇ ਤਿੱਖੇ ਰੂਪ ਦੇ ਵਿੱਚ ਇਹਨਾਂ ਨੂੰ ਅਹਿਸਾਸ ਕਰਾਉਣੇ ਪੈਣਗੇ ਕਿ ਅਸੀਂ ਬਾਗੀ ਹਾਂ, ਅਸੀਂ ਨਾਬਰ ਹਾਂ ਤੇ ਅਸੀਂ ਇਸ ਤੋਂ ਬਿਨਾਂ ਨਹੀਂ ਮੁੜਾਂਗੇ। ਕਾਰਨ ਹੈ ਮੈਂ ਇਹ ਮਹਿਸੂਸ ਕਰਦਾ ਜੇ ਇਸ ਵੇਲੇ ਕਿਸਾਨੀ ਜਿੱਤੂਗੀ ਤਾਂ ਜਿਊਗੀ, ਜੇ ਕਿਸਾਨੀ ਹਾਰੂਗੀ ਤਾਂ ਮਰੂਗੀ। ਤੇ ਮੈਨੂੰ ਲੱਗਦਾ ਇੱਥੇ ਮਰਨ ਲਈ ਕੋਈ ਨਹੀਂ ਆਇਆ। ਤੇ ਮੈਨੂੰ ਲੱਗਦਾ ਕਿਸਾਨ ਸੰਘਰਸ਼ ਦੇ ਵਿੱਚ ਜੇ ਕੋਈ ਦਿੱਲੀ ਵੱਲ ਨੂੰ ਮੂੰਹ ਕਰਦਾ ਜਾਂ ਪੰਜਾਬ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਇਹਦੇ ਹਮਦਰਦ ਬੈਠੇ ਆ, ਉਹਨਾਂ ਨੂੰ ਇਸ ਭਾਵਨਾ ਦੇ ਨਾਲ ਇਸ ਕਿਸਾਨ ਸੰਘਰਸ਼ ਦੀ ਮਦਦ ਕਰਨੀ ਚਾਹੀਦੀ ਆ। ਤੇ ਮੈਂ ਤਾਂ ਇਹ ਵੀ ਮਹਿਸੂਸ ਕਰਦਾ ਕਿ 26 ਤਰੀਕ ਤੋਂ ਬਾਅਦ ਇੱਥੇ ਜਿਹੜੀਆਂ ਅਸੀਂ ਬਾਰਡਰਾਂ ਦੇ ਉੱਤੇ ਭੀੜਾਂ ਦੇਖਦੇ ਸੀ, ਇੱਥੇ ਬਹੁਤ ਸਾਰੇ ਲੋਕ ਇਸ ਰੂਪ ਦੇ ਵਿੱਚ ਵੀ ਆਉਂਦੇ ਸੀ ਕਿ ਅਸੀਂ ਕਿਸੇ ਤੀਰਥ ਯਾਤਰਾ ਤੇ ਚੱਲੇ ਹਾਂ। ਨੋ, ਇਹ ਕੋਈ ਤੀਰਥ ਯਾਤਰਾ ਨਹੀਂ, ਇਹ ਬੜਾ ਸੀਰੀਅਸ ਮੁਕਾਮ ਹੈ ਤੇ ਇਸ ਭਾਵਨਾ ਦੇ ਨਾਲ ਹੀ ਲੋਕਾਂ ਨੂੰ ਇੱਥੇ ਆਉਣਾ ਚਾਹੀਦਾ ਤੇ ਇਹਨਾਂ ਸੰਘਰਸ਼ਸ਼ੀਲ ਲੋਕਾਂ ਦੀ ਹਰ ਕਿਸਮ ਦੀ ਮਦਦ ਕਰਨੀ ਚਾਹੀਦੀ ਹੈ। ਨੌਜਵਾਨਾਂ ਤੇ ਬਜ਼ੁਰਗਾਂ ਦਾ ਇੱਕ ਪਾੜਾ ਸੀਗਾ ਪੰਜਾਬ ਦੇ ਵਿੱਚ। ਬਜ਼ੁਰਗਾਂ ਨੂੰ ਐ ਹੁੰਦਾ ਸੀ ਵੀ ਪੰਥ ਦੇ ਨਾਂ ਤੇ ਵੋਟਾਂ ਪਾਈਏ ਜੀ। ਇੱਕ ਪਾੜਾ ਸੀ, ਚਾਹੇ ਉਹ ਪੰਜਾਬ ਤੇ ਹਰਿਆਣੇ ਦਾ ਪਾੜਾ ਲੈ ਲਓ, ਚਾਹੇ ਸਾਡੇ ਘਰਾਂ ਦੇ ਵਿਚਲੇ ਪਾੜੇ ਲੈ ਲਓ, ਉਹ ਮਿਟੇ ਆ ਇੱਥੇ ਆ ਕੇ। ਤੇ ਹੁਣ ਜਿਹੜਾ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵੱਖ-ਵੱਖ ਤੌਰ ਤੇ ਕਿ ਨੌਜਵਾਨ ਐਕਸ਼ਨ ਚਾਹੁੰਦੇ ਆ ਤੇ ਬਜ਼ੁਰਗ ਜਿਹੜੇ ਆ ਆਪਣੀ ਸਮਝ ਨਾਲ ਚੱਲ ਰਹੇ ਆ। ਬਿਨਾਂ ਸ਼ੱਕ ਜਿੱਥੇ ਵੀ ਅਸੀਂ ਬੈਠਦੇ ਹਾਂ ਟਰਾਲੀ ਦੇ ਵਿੱਚ, ਬਜ਼ੁਰਗ ਕਹਿੰਦੇ ਆ ਵੀ ਸਾਡੇ ਜਿਵੇਂ ਪੁੱਤ ਕਹਿਣਗੇ ਤੇ ਪੁੱਤ ਕਹਿੰਦੇ ਆ ਜਿਵੇਂ ਬਾਪੂ ਕਹਿਣਗੇ। ਇਹ ਕੋਈ ਖਾਸ ਸੁਨੇਹਾ ਆਪਣੇ ਤਜਰਬੇ ਦੇ ਵਿੱਚ ਜਿਹੜਾ ਲਾਸਟ ਤੁਸੀਂ ਦੇਣਾ ਚਾਹੋ? ਦੇਖੋ ਰਮਨ, ਇਸ ਤੋਂ ਪਹਿਲਾਂ ਕਿ ਮੈਂ ਸੁਨੇਹਾ ਦੇਵਾਂ ਉਸ ਤੋਂ ਪਹਿਲਾਂ ਮੈਂ ਇਹ ਵੀ ਜ਼ਰੂਰ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਇਹਨਾਂ ਬਾਰਡਰਾਂ ਦੇ ਉੱਤੇ ਅਸੀਂ ਇੱਕ ਸਵਰਗ ਦੇਖਿਆ। ਤੇ ਕੱਲ ਜਿਵੇਂ ਮੈਂ ਮਹਿਸੂਸ ਕਰ ਰਿਹਾ ਸੀ ਜਦੋਂ ਮੈਂ ਆਪਣੇ ਜਾ ਰਿਹਾ ਸੀ ਤਾਂ ਇੱਕ ਨੌਜਵਾਨ ਗਿਲਾ ਕਰ ਰਿਹਾ ਸੀ ਕਿ ਅਸੀਂ ਚੌਲ ਬਣਾਉਣੇ ਆ ਤੇ ਸਾਨੂੰ ਰਿਫਾਈਨਡ ਨਹੀਂ ਮਿਲ ਰਿਹਾ ਹੈਗਾ। ਤੇ ਉਹ ਬਜ਼ੁਰਗ ਕਹਿੰਦਾ ਯਾਰ ਕਿਤੇ ਗਿਲਾ ਕਰਦਾ? ਕਹਿੰਦਾ ਮੈਂ ਉਹ ਜਿਹੜੇ ਸਟੋਰ ਵਾਲੇ ਉਹਨਾਂ ਤੇ ਗਿਲਾ ਕਰਦਾ, ਉਹਨਾਂ ਨੇ ਮੈਨੂੰ ਰਿਫਾਈਨਡ ਨਹੀਂ ਮਿਲਿਆ। ਉਹ ਕਹਿੰਦਾ ਨੌਜਵਾਨ ਪਹਿਲੀ ਗੱਲ ਤਾਂ ਤੂੰ ਝੂਠ ਬੋਲਦਾ, ਇੱਥੇ ਕਮੀ ਕਿਸੇ ਗੱਲ ਦੀ ਨਹੀਂ ਹੈਗੀ। ਦੂਜੀ ਗੱਲ ਆ ਚੱਕ ਰਿਫਾਈਨਡ ਦਾ ਪੀਪਾ, ਠੀਕ ਹੈ। ਸੋ ਮੈਂ ਇੱਥੇ ਇੱਕ ਭਰਪਣ ਦੇਖਿਆ, ਇੱਕ ਭਾਈਚਾਰਾ ਦੇਖਿਆ, ਇੱਕ ਇਹ ਕਹਿ ਲਓ ਵੀ ਲੋਕ ਇੱਕ ਦੂਜੇ ਦੇ ਮਦਦਗਾਰ ਨੇ। ਮੈਂ ਤਾਂ ਇਹ ਵੀ ਮਹਿਸੂਸ ਕਰਦਾ ਕਿ ਆਹ ਜਿਹੜਾ ਸਤਿਯੁਗ ਅਸੀਂ ਇੱਥੇ ਬਾਰਡਰਾਂ ਤੇ ਦੇਖਦੇ ਹਾਂ ਇਹ ਸਾਡੇ ਪਿੰਡਾਂ ਦੇ ਵਿੱਚ ਜਾਣਾ ਚਾਹੀਦਾ ਹੈਗਾ। ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਗੱਲਾਂ ਬਿਲਕੁਲ ਹੀ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਕਿ ਇੱਕ ਪਿੰਡ ਦੇ ਵਿੱਚ 3-3 4-4 ਗੁਰੂ ਘਰ ਹੋਣ, ਇੱਕ ਪਿੰਡ ਦੇ ਵਿੱਚ 3-3 4-4 ਜਿਹੜੇ ਹੈਗੇ ਆ ਸੰਸਕਾਰ ਸਥਾਨ ਹੋਣ, ਜਿਹਨੂੰ ਅਸੀਂ ਸਿਵੇ ਕਹਿ ਦਿੰਦੇ ਹਾਂ, ਸ਼ਮਸ਼ਾਨ ਘਾਟ ਕਹਿ ਦਿੰਦੇ ਹਾਂ। ਸੋ ਮੈਨੂੰ ਇਹ ਲੱਗਦਾ ਵੀ ਜਦੋਂ ਵੀ ਇਹ ਸੰਘਰਸ਼ ਕਿਸੇ ਨਾ ਕਿਸੇ ਰੂਪ ਦੇ ਵਿੱਚ, ਮੋਸਟਲੀ ਮੇਰੀ ਤਾਂ ਇੱਛਾ ਇਹ ਹੈ ਕਿ ਜਿੱਤ ਕੇ ਮੁੜਨ, ਇਹ ਜਦੋਂ ਵੀ ਲੋਕ ਜਿੱਤ ਕੇ ਮੁੜਨ
ਤਾਂ ਪਿੰਡਾਂ ਦੇ ਵਿੱਚ ਵੀ ਇਹ ਜਿਹੜੀ ਸ਼ੋਭਾ ਹੈਗੀ ਹੈ ਇਹਨਾਂ ਦੀ, ਇਸ ਸਾਂਝ ਦੀ, ਉਹ ਜਾਣੀ ਚਾਹੀਦੀ ਹੈਗੀ। ਦੂਸਰਾ ਤੁਹਾਡਾ ਸਵਾਲ ਸੀਗਾ ਕਿ ਇੱਕ ਪਾਸੇ ਸਾਡੇ ਬਜ਼ੁਰਗ ਨੇ ਜਿਹੜੇ ਬੜੇ ਤਹੱਮਲ ਦੇ ਨਾਲ, ਹੌਸਲੇ ਦੇ ਨਾਲ ਬੈਠੇ ਨੇ, ਤੇ ਦੂਸਰੇ ਪਾਸੇ ਸਾਡੇ ਨੌਜਵਾਨ ਨੇ ਜਿਹੜੇ ਕਾਹਲੀ ਕਰ ਰਹੇ ਆ। ਤੇ ਮੈਨੂੰ ਲੱਗਦਾ ਵੀ ਚਲੋ ਹੁਣ ਅਸੀਂ ਉਹ 26 ਵਾਲੀਆਂ ਗੱਲਾਂ ਤਾਂ ਨਹੀਂ ਕਰਾਂਗੇ, ਕਿਉਂਕਿ ਆਪਾਂ ਨੇ ਅੱਗੇ ਵਧਣਾ ਹੈਗਾ। 26 ਜਨਵਰੀ 'ਚ ਜੋ ਅਸੀਂ ਮਾਯੂਸੀ ਸਾਡੇ ਪੱਲੇ ਪਈ ਸੀਗੀ, ਉਹ ਇੱਕ ਕਿਸਮ ਦਾ ਇਹ ਕਹਿ ਲਓ ਵੀ ਸਾਡੇ ਕਾਹਲਪਣ ਦਾ ਹੀ ਸਿੱਟਾ ਸੀਗਾ। ਕਾਹਲਪਣ ਦਾ ਸਿੱਟਾ ਸੀ। ਕਾਰਨ ਇਹ ਹੈ ਕਿ ਹਾਕਮ ਜੇ ਇਸ ਘੋਲ ਨੂੰ ਲਮਕਾ ਰਿਹਾ ਹੈ, ਉਹ ਇਸੇ ਕਰਕੇ ਲਮਕਾ ਰਿਹਾ ਕਿ ਮੈਨੂੰ ਕੋਈ ਮੌਕਾ ਮਿਲੇ ਇਹਨਾਂ ਦੇ ਉੱਤੇ ਉਂਗਲ ਧਰਨ ਦਾ, ਇਹਨਾਂ ਨੂੰ ਬਦਨਾਮ ਕਰਨ ਦਾ। ਹਾਕਮ ਨੇ ਬਾਰ-ਬਾਰ ਚਾਲਾਂ ਚੱਲੀਆਂ, ਪਰ ਅਸੀਂ ਉਹਨਾਂ ਦੀਆਂ ਚਾਲਾਂ 'ਚ ਨਹੀਂ ਫਸੇ ਹੈਗੇ, ਅਸੀਂ ਬਦਨਾਮ ਨਹੀਂ ਹੋਏ। ਸੰਘਰਸ਼ ਉਸੇ ਤਰ੍ਹਾਂ ਖੜਾ ਹੈਗਾ, ਤੇ ਜਿਹਦੇ ਵਿੱਚ ਇਹਨਾਂ ਨੇ ਮਤਲਬ ਚਲੋ ਜੇ ਆਪਾਂ ਦੂਸਰੇ ਤਰ੍ਹਾਂ ਵੀ ਮੰਨ ਲਈਏ ਵੀ ਸਾਡੇ ਨੌਜਵਾਨਾਂ ਨੇ ਉੱਥੇ ਆਪਣਾ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਸੀ ਝੁਲਾਇਆ, ਉਹਦੇ ਨਾਲ ਕਿਤੇ ਲਾਲ ਕਿਲੇ ਨੇ ਢਹਿ ਨਹੀਂ ਸੀ ਜਾਣਾ। ਤੇ ਪਰ ਸਾਡੇ ਹਾਕਮਾਂ ਨੇ ਸਾਡੀ ਧਿਰ ਨੂੰ, ਸਾਡੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ, ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਇਹ ਕਿਹਾ ਕਿ ਇਹਨਾਂ ਨੇ ਤਿਰੰਗੇ ਦਾ ਅਪਮਾਨ ਕੀਤਾ ਤੇ ਇੱਥੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਹੈਗਾ। ਪਰ ਕਿਉਂਕਿ ਝੂਠ ਹੀ ਹੁੰਦਾ, ਬੜੀ ਛੇਤੀ ਇਹਨਾਂ ਦਾ ਉਹ ਪੱਤਾ ਵੀ ਨਹੀਂ ਚੱਲਿਆ। ਤੇ ਰਮਨ, ਮੈਂ ਇੱਥੇ ਇਹ ਵੀ ਕਹਿ ਦੇਣਾ ਚਾਹੁੰਦਾ ਕਿ ਕਿਸੇ ਦਾ ਕਿਸਾਨ ਆਗੂਆਂ ਤੇ ਕੋਈ ਵੀ ਗਿਲਾ ਹੋਵੇ, ਪਰ ਇਹ 26 ਤਰੀਕ ਦੀ ਘਟਨਾ ਦੇ ਸੰਦਰਭ ਦੇ ਵਿੱਚ ਸਾਰੇ ਹੀ ਇਹ ਨੋਟ ਕਰਨ ਕਿ ਸਾਡਾ ਜਿਹੜਾ ਹਾਕਮ ਛਾਤਰ ਹੈ, ਉਹਨੇ 26 ਤਰੀਕ ਨੂੰ ਸਾਡੇ ਹਜ਼ਾਰਾਂ ਪੰਜਾਬੀ ਮਰਵਾ ਦੇਣੇ ਸੀਗੇ, ਕਿਉਂਕਿ ਨਿਰਧਾਰਤ ਇੱਕ ਰੂਟ ਤਾਂ ਦਿੱਤੇ ਸੀ ਅੱਗੇ, ਪਰ ਰੂਟਾਂ ਦੇ ਉੱਤੇ ਬੈਰੀਕੇਟਿੰਗ ਸੀ, ਲੋਕਾਂ ਨੂੰ ਪਿੰਡਾਂ ਦੇ ਬਸਤੀਆਂ ਦੇ ਵਿੱਚ ਭੇਜ ਦੇਣਾ ਸੀ, ਤੇ ਬਸਤੀਆਂ ਦੇ ਵਿੱਚ RSS ਦੇ ਗੁੰਡੇ ਪਤਾ ਲੱਗਿਆ ਖੜਾਏ ਹੋਏ ਸੀਗੇ ਪੈਟਰੋਲ ਬੰਬ ਦੇ ਕੇ। ਪਤਾ ਨਹੀਂ ਸਾਡੀ ਕਿੰਨੀ ਮਸ਼ੀਨਰੀ ਤਬਾਹ ਕਰਨੀ ਸੀ, ਕਿੰਨੀਆਂ ਜਾਨਾਂ ਸਾਡੀਆਂ ਜਾਣੀਆਂ ਸੀਗੀਆਂ। ਸੋ ਇਸ ਪੱਖੋਂ ਸਾਡੇ ਜਿਹੜੇ ਇਹ ਕਿਸਾਨ ਸੰਘਰਸ਼ ਦੇ ਆਗੂ ਹੈ, ਉਹਨਾਂ ਦੀ ਇਹ ਦੂਰ ਅੰਦੇਸ਼ੀ ਹੈ ਕਿ ਉਹਨਾਂ ਨੇ ਉੱਥੋਂ ਹੀ ਉਹ ਟਰੈਕਟਰ ਵਾਪਸ ਲੈ ਲਏ ਤੇ ਸਾਡੇ ਹਜ਼ਾਰਾਂ ਲੋਕਾਂ ਨੂੰ ਬਚਾ ਲਿਆ। ਉਸ ਤੋਂ ਜਿਹੜੀ ਅਗਲੀ ਗੱਲ ਹੈਗੀ ਹੈ ਕਿ ਇੱਕ ਪਾਸੇ ਸਾਡੇ ਅਨੁਭਵੀ ਕਿਸਾਨ ਆਗੂਆਂ ਦੀ ਪਹੁੰਚ ਹੈਗੀ ਹੈ, ਜਾਂ ਇੱਥੇ ਬੈਠੇ ਆ ਜਿਹੜੇ ਬਜ਼ੁਰਗ ਵੱਡੀ ਪੱਧਰ ਦੇ ਉੱਤੇ, ਉਹਨਾਂ ਦੀ ਜਿਹੜੀ ਪਹੁੰਚ ਹੈਗੀ ਆ, ਉਹਨਾਂ ਦਾ ਸਬਰ ਸਿਦਕ ਹੈਗਾ, ਜਿਹੜਾ ਧੀਰਜ ਹੈਗਾ ਉਹਨਾਂ ਦੇ ਵਿੱਚ ਹੈ। ਦੂਜੇ ਪਾਸੇ ਆਪਾਂ ਨੌਜਵਾਨਾਂ ਦੀ ਗੱਲ ਕਰਦੇ ਆ ਜਿਹੜੇ ਕਹਿੰਦੇ ਆ ਕਿ ਜਿੱਥੇ ਸਬਰ ਗਵਾ ਰਹੇ ਨੇ, ਉਹ ਕਹਿੰਦੇ ਇਹ ਸਾਰਾ ਕੁਝ ਛੇਤੀ ਹੋਣਾ ਚਾਹੀਦਾ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਸ ਕਿਸਮ ਦਾ ਸੰਘਰਸ਼ ਹੁੰਦਾ, ਜਿਹੜਾ ਸ਼ਾਂਤਮਈ ਸੰਘਰਸ਼ ਹੁੰਦਾ, ਇਸ ਰੂਪ ਦੇ ਵਿੱਚ ਹੁੰਦਾ, ਉਹਦੇ 'ਚ ਬਹੁਤ ਵੱਡੀ ਤਾਕਤ ਹੁੰਦੀ ਹੈ, ਉਹ ਤਖਤ ਨੂੰ ਹਿਲਾਉਂਦਾ ਹੈ। ਕਾਰਨ ਇਹ ਹੈ ਕਿ ਦੂਸਰੇ ਪਾਸੇ ਜਿਹੜਾ ਤਖਤ ਹੈ ਸਮਰੱਥ ਹੈਗਾ। ਸਮਰੱਥ ਕਿਵੇਂ ਆ? ਉਹਦੇ ਕੋਲ ਫੌਜ ਹੈ, ਉਹਦੇ ਕੋਲ ਜੇਲ੍ਹਾਂ ਨੇ, ਉਹਦੇ ਕੋਲ ਅਦਾਲਤਾਂ ਨੇ, ਉਹਦੇ ਕੋਲ ਬਹੁਤ ਕੁਝ ਸਾਧਨ ਸੰਪੰਨ ਹੈਗਾ ਸਾਨੂੰ ਭੰਨਣ ਦੇ ਲਈ। ਉਹ ਸਾਡੇ ਕੋਲ ਕੀ ਆ? ਅਸੀਂ ਹੱਥ ਮਾਰਾਂਗੇ ਉਹਦੇ ਤੇ ਜਿਹਦੇ ਕਰਕੇ ਮੈਨੂੰ ਲੱਗਦਾ ਵੀ ਨੌਜਵਾਨਾਂ ਨੂੰ ਇਹ ਸਾਰਾ ਕੁਝ ਦੇਖਣਾ ਚਾਹੀਦਾ। ਮਤਲਬ ਜੋਸ਼ ਇੱਕ ਪਾਸੇ ਤੇ ਹੋਸ਼ ਇੱਕ ਪਾਸੇ। ਜ਼ਰੂਰੀ, ਬਹੁਤ ਜ਼ਰੂਰੀ ਹੈ ਕਿ ਜਿਵੇਂ ਸ਼ਹੀਦ ਭਗਤ ਸਿੰਘ ਸਰਾਭਾ ਹੋਏ ਨੇ, ਆਪਣੇ ਹੋਰ ਨਾਇਕ ਹੋਏ ਨੇ, ਭਗਤ ਸਿੰਘ ਹੋਰੀ ਹੋਏ ਨੇ, ਰਾਜਗੁਰੂ ਸੁਖਦੇਵ ਹੋਏ ਨੇ, ਊਧਮ ਸਿੰਘ ਹੋਏ ਨੇ। ਹੁਣ ਜੇ ਆਪਾਂ ਧੀਰਜ ਦੀ ਗੱਲ ਕਰੀਏ, ਊਧਮ ਸਿੰਘ ਕੋਲ ਥੋੜ੍ਹਾ ਧੀਰਜ ਸੀਗਾ, ਉਹਨੇ 21 ਸਾਲ ਉਡਬਾਇਰ ਨੂੰ ਮਾਰਨ ਖਾਤਰ ਆਪਣੇ ਲਾਏ ਨੇ। ਸੋ ਮੈਨੂੰ ਲੱਗਦਾ ਊਧਮ ਸਿੰਘ ਵਰਗਾ ਧੀਰਜ ਬਹੁਤ ਜ਼ਰੂਰੀ ਹੈ, ਤੇ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭੇ ਹੋਰਾਂ ਵਰਗੀ ਸਮਝ ਬਹੁਤ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਅਸੀਂ ਬਹੁਤ ਛੇਤੀ ਸਿੱਟੇ ਲੱਭੀਏ ਕਿ ਕੱਲ੍ਹ ਨੂੰ ਹੀ ਉਸ ਤਰ੍ਹਾਂ ਹੋ ਜਾਵੇ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ। ਮੈਂ ਨੌਜਵਾਨਾਂ ਦੀ ਭਾਵਨਾ ਦੀ ਇਸ ਦੀ ਕਦਰ ਕਰਦਾ, ਪਰ ਨਾਲ ਦੀ ਨਾਲ ਸਮਝ ਤੇ ਜਿਹੜੀ ਸਮਰੱਥਾ ਹੈਗੀ ਆ ਉਹ ਬਹੁਤ ਜ਼ਰੂਰੀ ਹੈਗੀ ਆ, ਕਿਉਂਕਿ ਇਹ ਸ਼ਾਂਤਮਈ ਅੰਦੋਲਨ ਹੈ। ਸਾਨੂੰ ਆਪਣੇ ਬਜ਼ੁਰਗਾਂ ਦੀ ਧਿਰ ਬਣਨਾ ਚਾਹੀਦਾ, ਨਾ ਕਿ ਅਸੀਂ ਕੁਛ ਇਸ ਤਰ੍ਹਾਂ ਦਾ ਉਹਨਾਂ ਨੂੰ ਡੀਮੋਰਲਾਈਜ਼ ਕਰੀਏ ਕਿ ਤੁਸੀਂ ਤਾਂ ਕਰ ਹੀ ਕੁਛ ਨਹੀਂ ਰਹੇ, ਹੈ ਨਾ। ਮੈਨੂੰ ਲੱਗਦਾ ਕਾਹਲੀ ਨੂੰ ਕੋਈ ਥਾਂ ਨਹੀਂ ਹੈ ਇੱਥੇ। ਸੋ ਇਹ ਕਹਿ ਸਕਦੇ ਹਾਂ ਕਿ ਖੂਬਸੂਰਤ ਸਲਾਹਾਂ ਤੇ ਸੋਹਣਿਆਂ ਸੁਨੇਹਿਆਂ ਦੇ ਨਾਲ ਸਵਰਨ ਸਿੰਘ ਪੰਗੂ ਇਸੇ ਤਰ੍ਹਾਂ ਦੀਆਂ ਹੋਰ ਗੱਲਾਂ ਬਾਤਾਂ ਜਾਣਨ ਦੇ ਲਈ ਜੁੜੇ ਰਹੋ ਔਨ ਏਅਰ ਦੇ ਨਾਲ। ਮੈਂ ਰਮਨ ਤੂਰ, ਕੈਮਰਾਮੈਨ ਗਗਨ ਦੇ ਨਾਲ।